ਚਾਣਕ ਐਜੂਕੇਸ਼ਨ ਅਕੈਡਮੀ ਬਰਨਾਲਾ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਸੰਵਿਧਾਨ ਦਾ ਪਾਰਟ 5 ਆ ਜਿਹੜਾ ਉਹ ਕੰਟੀਨਿਊ ਕਰ ਰਹੇ ਸੀਗੇ, ਜਿਹਦੇ ਵਿੱਚ ਆਪਾਂ ਪਿੱਛੇ ਲੋਕ ਸਭਾ ਬਾਰੇ ਪੜ੍ਹ ਚੁੱਕੇ ਹਾਂ ਤੇ ਅੱਜ ਦਾ ਜਿਹੜਾ ਆਪਣਾ ਟੌਪਿਕ ਰਹੇਗਾ ਉਹ ਰਹੇਗਾ ਰਾਜ ਸਭਾ। ਕਿਉਂਕਿ ਦੇਖਿਆ ਜਾਵੇ ਕਿ ਪੇਪਰ ਦੇ ਪੱਖੋਂ ਜਿਹੜੇ ਇਹ ਦੋਵੇਂ ਹਾਊਸ ਆ ਜਿਹੜੇ ਸਾਡੇ ਸੰਸਦ ਦੇ ਉਹ ਕਾफ़ी ਜ਼ਿਆਦਾ ਇੰਪੋਰਟੈਂਟ ਨੇ। ਕਾफ़ी ਵਾਰ ਇਹਨਾਂ ਦੇ ਵਿੱਚੋਂ ਕੁਐਸਚਨ ਆ ਜਿਹੜੇ ਉਹ ਪੁੱਟ ਕੀਤੇ ਜਾ ਚੁੱਕੇ ਨੇ ਜਾਂ ਆਉਣ ਵਾਲੇ ਪੇਪਰਾਂ ਦੇ ਵਿੱਚ ਕੀਤੇ ਜਾ ਸਕਦੇ ਨੇ। ਤਾਂ ਇੱਕ ਮੈਂ ਤੁਹਾਨੂੰ ਗੱਲ ਕਹਿਣਾ, ਜ਼ਿੰਦਗੀ ਦੇ ਵਿੱਚ ਆਪਣੇ ਨਿਸ਼ਾਨੇ ਨੂੰ ਪਾਉਣ ਲਈ ਆਪਣਾ ਜਿਹੜਾ ਤੁਹਾਡਾ ਜੋ ਨਿਸ਼ਾਨਾ ਏਮ ਮਿਥਿਆ ਹੋਇਆ ਉਸ ਲਈ ਜਿਹੜਾ ਅੱਕਣਾ ਜਾਂ ਥੱਕਣਾ ਨਹੀਂ ਚਾਹੀਦਾ, ਉਸ ਲਈ ਅੱਕਣਾ ਜਾਂ ਥੱਕਣਾ ਨਹੀਂ ਚਾਹੀਦਾ। ਕਿਉਂਕਿ ਜ਼ਰੂਰੀ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ ਹਰ ਵਾਰ ਚੌਕੇ ਜਾਂ ਸਿੱਕੇ ਲੱਗ ਜਾਣ। ਕਈ ਵਾਰੀ ਕੀ ਹੁੰਦਾ ਜਿਹੜੇ ਰਾਣਾ ਤੁਹਾਨੂੰ ਭੱਜ ਕੇ ਵੀ ਲੈਣੇ ਪੈਂਦੇ ਨੇ। ਸੋ ਲਗਾਤਾਰ ਜ਼ਿੰਦਗੀ ਦੇ ਵਿੱਚ ਕੰਟੀਨਿਊ ਮਿਹਨਤ ਕਰਦੇ ਰਹੋ ਤੇ ਇੱਕ ਦਿਨ ਇਸ ਦਾ ਫਲ ਜਿਹੜਾ ਤੁਹਾਨੂੰ ਉਹ ਜ਼ਰੂਰ ਮਿਲੇਗਾ। ਪਰ ਤੁਹਾਡਾ ਏਮ ਜੋ ਤੁਹਾਡਾ ਨਿਸ਼ਾਨਾ ਉਹ ਇੱਕ ਹੋਣਾ ਚਾਹੀਦਾ ਗਾ। ਤਾਂ ਅੱਜ ਆਪਾਂ ਕਰਦੇ ਹਾਂ ਟੌਪਿਕ ਰਾਜ ਸਭਾ ਬਾਰੇ, ਠੀਕ ਹੈ। ਤੇ ਇਹਦੇ ਨਾਲ ਆਪਾਂ ਕੰਪੈਰੀਜ਼ਨ ਕਰਦੇ ਚੱਲਾਂਗੇ ਕਿਉਂਕਿ ਆਪਾਂ ਪਿੱਛੇ ਜਿਹੜਾ ਆਪਾਂ ਕੀਤਾ ਗਾ ਆਪਣਾ ਟੌਪਿਕ ਰਾਜ ਸਭਾ ਲੋਕ ਸਭਾ ਉਹਨੂੰ ਵੀ ਆਪਾਂ ਨਾਲ ਐਕਸਪਲੇਨ ਕਰਾਂਗੇ। ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਹੈ ਰਾਜ ਸਭਾ। ਤਾਂ ਦੇਖਦੇ ਹਾਂ ਜੀ, ਨਾਲ ਆਪਾਂ ਇਹਨੂੰ ਕੰਪੈਰੀਜ਼ਨ ਕਰਾਂਗੇ ਤਾਂ ਕਿ ਤੁਹਾਡੇ ਚੰਗੇ ਤਰੀਕੇ ਨਾਲ ਯਾਦ ਰਹਿ ਜਾਵੇ ਤੇ ਨਾਲ ਤੁਹਾਡੇ ਰਾਜ ਸਭਾ ਯਾਦ ਹੋ ਜਾਏਗਾ, ਨਾਲ ਲੋਕ ਸਭਾ। ਤਾਂ ਸ਼ੁਰੂ ਕਰਦੇ ਹਾਂ ਲੋਕ ਸਭਾ ਬਾਰੇ। ਤਾਂ ਦੇਖੋ, ਜਿਸ ਤਰ੍ਹਾਂ ਆਪਾਂ ਰਾਜ ਸਭਾ ਦੇ ਨਾਮ ਕੀਤੇ ਸੀ ਵੱਖ-ਵੱਖ, ਜਿਵੇਂ ਆਪਾਂ ਕੀਤਾ ਸੀਗਾ ਵੀ ਹੇਠਲਾ ਹਾਊਸ ਆ, ਛੋਟਾ ਸਦਨ ਆ, ਇਹ ਟੈਂਪਰੇਰੀ ਹਾਊਸ ਆ, ਇਹ ਹਾਊਸ ਆਫ ਪੀਪਲ ਆ, ਪਾਪੂਲਰੀ ਹਾਊਸ ਆ। ਤੇ ਅੱਜ ਆਪਾਂ ਗੱਲ ਕਰਦੇ ਹਾਂ ਰਾਜ ਸਭਾ ਬਾਰੇ। ਤੇ ਰਾਜ ਸਭਾ ਦੇ ਵੀ ਵੱਖ-ਵੱਖ ਨੇਮ ਨੇ, ਜਿਵੇਂ ਅੱਪਰ ਹਾਊਸ ਉਸ ਦਾ ਵਿਰੋਧੀ ਸ਼ਬਦ ਹੀ ਹੋ ਗਿਆ। ਜਿਵੇਂ ਆਪਾਂ ਕਹਿ ਸੀ ਕਿ ਲੋਕ ਛੋਟੇ ਹੁੰਦੇ ਆ, ਰਾਜੇ ਵੱਡੇ ਹੁੰਦੇ ਆ, ਤਾਂ ਅੱਪਰ ਹਾਊਸ ਜਾਂ ਇਹਨੂੰ ਅੱਪਰ ਚੈਂਬਰ ਵੀ ਕਹਿੰਦੇ ਨੇ ਆਪਾਂ। ਨੰਬਰ 2 ਤੇ ਐਲਡਰ ਹਾਊਸ, ਵੱਡਾ ਹਾਊਸ। ਜੇ ਤੁਹਾਨੂੰ ਕੋਈ ਪੁੱਛ ਲੇ ਵੀ ਜਿਹੜਾ ਰਾਜ ਸਭਾ ਉਹ ਵੱਡਾ ਹਾਊਸ ਆ, ਲੋਕ ਸਭਾ ਜਿਹੜਾ ਉਹ ਛੋਟਾ ਹਾਊਸ ਹੈਗਾ। ਉਸ ਤੋਂ ਅੱਗੇ ਦੇਖਦੇ ਆਪਣਾ ਕਾਉਂਸਲ ਆਫ ਸਟੇਟ, ਇਹਨੂੰ ਕਾਉਂਸਲ ਆਫ ਸਟੇਟ ਕਿਹਾ ਜਾਂਦਾ। 1953 ਤੋਂ ਪਹਿਲਾਂ ਇਹਦਾ ਨਾਮ ਕੀ ਸੀਗਾ? ਕਾਉਂਸਲ ਆਫ ਸਟੇਟ ਨਾਂ ਨਾਲ ਇਸ ਨੂੰ ਬੋਲਿਆ ਜਾਂਦਾ ਸੀ। ਕਿ ਬਾਅਦ ਦੇ ਵਿੱਚ ਇਹਦਾ ਨਾਮ ਜਿਹੜਾ ਰਾਜ ਸਭਾ ਪਿਆ ਗਾ, ਯਾਦ ਰੱਖਿਓ। ਆਪਾਂ ਅੱਗੇ ਜਾ ਕੇ ਡਿਸਕਸ ਵੀ ਕਰਾਂਗੇ ਇਸ ਬਾਰੇ। ਉਸ ਤੋਂ ਬਾਅਦ ਕੀ ਆ? ਪਰਮਾਨੈਂਟਲੀ ਜਿਹੜਾ ਹਾਊਸ ਆ, ਇਹ ਜਿਹੜਾ ਸਾਡਾ ਹਾਊਸ ਆ ਇਹ ਪਰਮਾਨੈਂਟਲੀ ਆ, ਇਸ ਨੂੰ ਕਦੇ ਭੰਗ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜਿਹੜੇ ਲੋਕ ਤੁਹਾਨੂੰ ਮੈਂ ਦੱਸਿਆ ਸੀ ਭੰਗ ਹੋ ਜਾਂਦੇ ਆ ਉਸ ਦਿਨ ਟ੍ਰਿਕ, ਤੇ ਰਾਜੇ ਕਦੇ ਭੰਗ ਨਹੀਂ ਹੁੰਦੇ। ਰਾਜੇ ਜਿਹੜੇ ਪਰਮਾਨੈਂਟਲੀ ਚੱਲਦੇ ਰਹਿੰਦੇ ਆ। ਇਸ ਕਰਕੇ ਜਿਹੜਾ ਰਾਜ ਸਭਾ ਉਹ ਕੀ ਆ? ਪਰਮਾਨੈਂਟਲੀ ਹਾਊਸ ਆ। ਇਹਦੇ ਜਿਹੜੇ ਮੈਂਬਰ ਨੇ ਉਹ 2 ਸਾਲਾਂ ਬਾਅਦ ਰਿਟਾਇਰ ਹੋ ਜਾਂਦੇ ਆ, 1/3 ਜਿਹੜੇ ਹੈਗੇ ਆ। ਤਾਂ ਉਸ ਤੋਂ ਬਾਅਦ ਇਸ ਨੂੰ ਸੈਕੰਡ ਚੈਂਬਰ ਵੀ ਬੋਲਿਆ ਜਾਂਦਾ, ਸੈਕੰਡ ਚੈਂਬਰ, ਠੀਕ ਹੈ। ਕਈ ਵਾਰੀ ਐਗਜ਼ਾਮੀਨਰ ਲਿਖ ਦਿੰਦਾ ਸੈਕੰਡ ਚੈਂਬਰ। ਤਾਂ ਸੈਕੰਡ ਚੈਂਬਰ ਵੀ ਹੈ ਇਹਦਾ ਨਾਮ, ਸੈਕੰਡ ਚੈਂਬਰ। ਜਿਹੜਾ ਲੋਕ ਸਭਾ ਉਹ ਸਾਡਾ ਫਸਟ ਚੈਂਬਰ ਹੈ, ਇਹਦਾ ਸੈਕੰਡ ਚੈਂਬਰ ਆ, ਠੀਕ ਹੈ। ਤੇ ਇਹ ਪੁਆਇੰਟ ਤੁਸੀਂ ਯਾਦ ਰੱਖ ਸਕਦੇ ਹੋ। ਨੈਕਸਟ ਆਪਾਂ ਅੱਗੇ ਦੇਖੋ ਜੀ, ਇਹ ਹੋ ਗਏ ਨੇਮ ਇਸ ਦੇ। ਨੈਕਸਟ ਕੀ ਆ? ਜਿਹੜਾ ਰਾਜ ਸਭਾ ਦਾ ਮੈਂਬਰ ਵਾਲੀ ਯੋਗਤਾਵਾਂ ਕਿਹੜੀਆਂ ਹੋਣੀਆਂ ਚਾਹੀਦੀਆਂ ਨੇ? ਕਿਉਂਕਿ ਆਪਾਂ ਗੱਲ ਕੀਤੀ ਆ ਪਿੱਛੇ ਵੀ ਜਿਹੜਾ ਰਾਜ ਸਭਾ ਲਈ ਵੀ ਕੁਝ ਯੋਗਤਾਵਾਂ ਹੁੰਦੀਆਂ ਨੇ, ਲੋਕ ਸਭਾ ਲਈ ਤੇ ਰਾਜ ਸਭਾ ਲਈ ਵੀ ਇਸ ਤਰ੍ਹਾਂ ਦੀਆਂ ਯੋਗਤਾਵਾਂ ਹੁੰਦੀਆਂ ਨੇ। ਤਾਂ ਇਹਦੇ ਲਈ ਕਿਹੜੀਆਂ ਯੋਗਤਾਵਾਂ ਨੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਤਾਂ ਆਪਾਂ ਗੱਲ ਕਰ ਰਹੇ ਹਾਂ ਕੁਆਲੀਫਿਕੇਸ਼ਨ ਆਫ ਰਾਜ ਸਭਾ। ਜੇਕਰ ਤੁਸੀਂ ਰਾਜ ਸਭਾ ਮੈਂਬਰ ਬਣਨਾ ਤੁਹਾਡੇ ਲਈ ਕੀ ਕੁਆਲੀਫਿਕੇਸ਼ਨ ਹੋਣੀ ਜ਼ਰੂਰੀ ਆ? ਤਾਂ ਸਭ ਤੋਂ ਪਹਿਲਾਂ ਆਪਾਂ ਏਜ ਦਾ ਕਨਸੈਪਟ ਕੀਤਾ ਸੀ। ਜੇਕਰ ਤੁਸੀਂ ਲੋਕ ਸਭਾ ਮੈਂਬਰ ਬਣਨਾ ਤੁਹਾਡੀ ਏਜ 25 ਈਅਰ ਹੋਣੀ ਚਾਹੀਦੀ ਆ। ਅੱਜ ਜੇ ਆਪਾਂ ਗੱਲ ਕਰਦੇ ਹਾਂ ਰਾਜ ਸਭਾ ਦਾ ਮੈਂਬਰ ਬਣਨਾ ਤੁਹਾਡੀ ਏਜ 30 ਈਅਰ ਹੋਣੀ ਚਾਹੀਦੀ ਆ। 30 ਸਾਲ ਤੁਹਾਡੀ ਏਜ ਜਿਹੜੀ ਉਹ ਹੋਣੀ ਚਾਹੀਦੀ ਆ। ਨੰਬਰ 2 ਤੇ ਇੱਕ ਇਹ ਵੀ ਯਾਦ ਰੱਖਣਾ, ਕਿਸੇ ਵੀ ਰਾਜ ਦਾ ਵਿਅਕਤੀ ਉਹ ਕਿਸੇ ਵੀ ਰਾਜ ਵਿੱਚ ਚੋਣ ਜਾ ਕੇ ਲੜ ਸਕਦਾ। ਇਹਦੀ ਰਾਜ ਸਭਾ ਦੀ ਚੋਣਾਂ ਕਿਸੇ ਵੀ ਰਾਜ ਦਾ ਵਿਅਕਤੀ ਕਿਸੇ ਵੀ ਰਾਜ ਦੇ ਵਿੱਚ ਜਾ ਕੇ ਲੜ ਸਕਦਾ, ਠੀਕ ਹੈ। ਇਹ ਨਹੀਂ ਹੈਗਾ ਵੀ ਪੰਜਾਬ ਦਾ ਜਿਹੜਾ ਵਿਅਕਤੀ ਆ ਕੋਈ ਉਹ ਪੰਜਾਬ ਦੇ ਵਿੱਚ ਹੀ ਰਾਜ ਸਭਾ ਦੀ ਚੋਣ ਲੜ ਸਕਦਾ, ਉਹ ਕਿਸੇ ਵੀ ਰਾਜ ਦੇ ਵਿੱਚ ਜਾ ਕੇ ਚੋਣ ਲੜ ਸਕਦਾ। ਪਰ 2003 ਤੋਂ ਪਹਿਲਾਂ ਇੱਕ ਕਨਸੈਪਟ ਸੀਗਾ, ਜਿਹੜਾ 2003 ਤੋਂ ਪਹਿਲਾਂ ਕੀ ਸੀਗਾ, ਇੱਕ ਇਹਨਾਂ ਦਾ ਐਕਟ ਬਣਿਆ ਹੋਇਆ ਸੀਗਾ ਆਪਣਾ ਲੋਕ ਪ੍ਰਤੀਨਿਧਤਾ ਕਾਨੂੰਨ, ਠੀਕ ਹੈ, ਜਿਹੜਾ 1951 'ਚ ਬਣਿਆ ਸੀਗਾ। ਇਹਦੇ ਅਕੋਰਡਿੰਗ ਕੀ ਹੁੰਦਾ ਸੀਗਾ ਵੀ ਜੇਕਰ ਕੋਈ ਵਿਅਕਤੀ ਰਾਜ ਸਭਾ ਦਾ ਮੈਂਬਰ ਚੋਣ ਲੜ ਰਿਹਾ ਤਾਂ ਉਸਨੂੰ ਉਸ ਰਾਜ ਦੇ ਵਿੱਚ ਘੱਟੋ ਘੱਟ 6 ਮਹੀਨੇ ਦਾ ਨਿਵਾਸ ਜ਼ਰੂਰੀ ਹੁੰਦਾ ਗਾ, ਠੀਕ ਹੈ। ਇਹ ਧਾਰਨਾ ਜਿਹੜੀ 2003 ਤੋਂ ਪਹਿਲਾਂ ਦੀ ਸੀ। ਬਟ ਅੱਜ ਕੀ ਆ? ਅੱਜ ਕੋਈ ਵੀ ਵਿਅਕਤੀ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਚੋਣ ਲੜ ਸਕਦਾ, ਠੀਕ ਹੈ। ਇਸ ਦਾ ਆਪਣਾ ਕੋਈ ਮੁੱਦਾ ਨਹੀਂ ਬਣਦਾ। ਇਸ ਤੋਂ ਇਲਾਵਾ ਜਿਹੜੀਆਂ ਬਾਕੀ ਕੁਆਲੀਫਿਕੇਸ਼ਨ ਸੇਮ ਹੁੰਦੀਆਂ ਨੇ, ਜਿਵੇਂ ਅਨਸਾਊਂਡ ਹੋ ਗਿਆ, ਬੈਂਕ ਕਰੈਪਟਰ ਹੋ ਗਿਆ, ਉਹ ਆਪਾਂ ਨੂੰ ਯਾਦ ਰੱਖਣ ਦੀ ਜ਼ਰੂਰਤ ਨਹੀਂ। ਤੇ ਸਿਟੀਜ਼ਨ ਇੰਡੀਆ ਆਪਾਂ ਦੱਸ ਹੀ ਚੁੱਕਿਆ ਵੀ, ਕਿਉਂਕਿ ਹਰ ਇੱਕ ਵਿਅਕਤੀ ਨੂੰ ਸਿਟੀਜ਼ਨ ਆਫ ਇੰਡੀਆ ਹੋਣਾ ਹੀ ਚਾਹੀਦਾ, ਫਿਰ ਹੀ ਉਹ ਜਿਹੜਾ ਕਿਸੇ ਵੀ ਅਹੁਦੇ 'ਤੇ ਜਾ ਸਕਦਾ। ਪਰ ਵਰਸ ਦੇ ਆਧਾਰ 'ਤੇ ਨਹੀਂ ਮੰਨਿਆ ਜਾਂਦਾ, ਕਹਿਣ ਦਾ ਭਾਵ, ਠੀਕ ਹੈ। ਤੇ ਨੈਕਸਟ ਆਪਾਂ ਦੇਖਦੇ ਹਾਂ ਅੱਗੇ ਕੀ ਆ? ਦੇਖੋ ਜੀ, ਜੇਕਰ ਰਾਜ ਸਭਾ ਦੇ ਵਿੱਚ, ਠੀਕ ਹੈ, ਜੇਕਰ ਅਗਲਾ ਕੁਆਲੀਫਿਕੇਸ਼ਨ ਹੋ ਗਿਆ। ਨੈਕਸਟ ਆ, ਜੇਕਰ ਕਹਿੰਦੇ ਰਾਜ ਸਭਾ ਦੇ ਕਿਸੇ ਮੈਂਬਰ 'ਤੇ ਅਯੋਗਤਾ ਦਾ ਪ੍ਰਸ਼ਨ ਉਤਪੰਨ ਹੋ ਜੇ, ਠੀਕ ਹੈ, ਉਹਦੀ ਯੋਗਤਾ 'ਤੇ ਕੋਈ ਕਿੰਤੂ ਪਰੰਤੂ ਹੋ ਜੇ ਤਾਂ ਉਸ ਦਾ ਫੈਸਲਾ ਕੌਣ ਕਰਦਾ ਗਾ? ਦੇਖੋ, ਜੇਕਰ ਕਿਸੇ ਮੈਂਬਰ 'ਤੇ ਯੋਗਤਾ ਸੰਬੰਧੀ ਪ੍ਰਸ਼ਨ ਉੱਠ ਜੇ ਤਾਂ ਕੀ ਹੋਵੇਗਾ? ਇਸ ਦਾ ਫੈਸਲਾ ਕੌਣ ਕਰੂਗਾ? ਰਾਸ਼ਟਰਪਤੀ ਕਰੂਗਾ,
कई बार ਤੁਹਾਨੂੰ ਕੁਐਸਚਨ ਪੁੱਟ ਕੀਤਾ ਜਾਂਦਾ ਵੀ ਕਿਸੇ ਲੋਕ ਸਭਾ ਮੈਂਬਰ ਜਾਂ ਰਾਜ ਸਭਾ ਦੇ ਮੈਂਬਰ ਤੇ ਕੋਈ ਅਯੋਗਤਾ ਦਾ ਪ੍ਰਸ਼ਨ ਉਤਪੰਨ ਹੋ ਗਿਆ, ਯੋਗਤਾ ਦੀ ਕੋਈ ਗੱਲਬਾਤ ਹੋ ਗਈ ਜਾਂ ਅਯੋਗਤਾ, ਤਾਂ ਇਹਦੀ ਜਿਹੜੀ ਆਪਣਾ ਨਿਰਣਾ ਕੌਣ ਕਰੂਗਾ? ਰਾਸ਼ਟਰਪਤੀ ਕਰੇਗਾ। ਕਿਹਦੀ ਸਲਾਹ ਨਾਲ? ਜਿਹੜਾ ਸਾਡਾ ਚੋਣ ਕਮਿਸ਼ਨ ਹੁੰਦਾ ਇੰਡੀਆ ਦਾ, ਉਹਦੀ ਸਲਾਹ ਨਾਲ ਕਰੂਗਾ। ਠੀਕ ਹੈ, ਇਹ ਵੀ ਤੁਹਾਡੇ ਧਿਆਨ ਰੱਖਣ ਦੇ ਜਿਹੜੀ ਗੱਲ ਆ ਗਈ। ਨੈਕਸਟ ਕੀ ਆ? ਜਿਹੜੀ ਰਾਜ ਸਭਾ ਦੀ ਕਾਰਵਾਈ ਆ, ਜਿਵੇਂ ਆਪਾਂ ਕਹਿੰਦੇ ਆ ਵੀ ਲੋਕ ਸਭਾ ਦੇ ਵੀ ਸਾਲ ਦੇ ਵਿੱਚ 2 ਸੈਸ਼ਨ ਹੁੰਦੇ ਆ, ਰਾਜ ਸਭਾ ਦੇ ਵੀ ਹੁੰਦੇ ਆ, ਤੇ ਇਹਦੀ ਕਾਰਵਾਈ ਲਈ ਕੋਰਮ ਕਿੰਨਾ ਹੋਣਾ ਚਾਹੀਦਾ? ਕਿੰਨੇ ਘੱਟੋ ਘੱਟ ਜਿਹੜੇ ਮੈਂਬਰ ਹੋਣੇ ਜ਼ਰੂਰੀ ਆ? ਇਹ ਹੁੰਦਾ ਦੇਖੋ ਜੀ 1/10, 1/10 ਮੈਂਬਰ ਹੋਣੇ ਜ਼ਰੂਰੀ ਆ ਰਾਜ ਸਭਾ ਲਈ ਵੀ ਤੇ ਲੋਕ ਸਭਾ ਲਈ ਵੀ। ਇਹ ਜਿਹੜਾ ਕੋਰਮ ਕਈ ਵਾਰੀ ਤੁਹਾਨੂੰ ਕੋਈ ਪੁੱਛ ਲੇ ਵੀ ਕਿੰਨਾ ਬਣਦਾ, ਇਹ ਲੋਕ ਸਭਾ 'ਚ ਹੁੰਦਾਗਾ 54+1, ਉੱਥੇ ਤਾਂ ਇਸ ਤਰ੍ਹਾਂ ਦਾਗਾ। ਠੀਕ ਹੈ, 54+1 ਕਹਿੰਦਾ ਭਾਵ 55 ਜਿਹੜੇ ਮੈਂਬਰ ਹੋਣੇ ਜ਼ਰੂਰੀ ਹੁੰਦੇ ਆ 245 ਦੇ ਅਕੋਰਡਿੰਗ, ਆਪਾਂ 545 ਦੇ ਅਕੋਰਡਿੰਗ ਉੱਥੇ, ਤੇ ਇੱਥੇ 245 ਦੇ ਅਕੋਰਡਿੰਗ ਕਿੰਨਾ ਹੁੰਦਾਗਾ? 24+1। ਠੀਕ ਹੈ, ਕਹਿੰਦਾ ਵਾ 25 ਦਾ ਜਿਹੜਾ ਕੋਰਮ ਇੱਥੇ ਜਿਹੜਾ ਇਹ ਬਣਦਾ, ਤਾਂ ਕਹਿੰਦਾ ਭਾਵ ਕੁੱਲ ਮੈਂਬਰਾਂ ਦੀ 1/10 ਸੰਖਿਆ ਜਿਹੜੀ ਉਹ ਜ਼ਰੂਰੀ ਹੁੰਦੀ ਆ ਜੇ ਆਪਾਂ ਕੋਈ ਸਦਨ ਦੀ ਕਾਰਵਾਈ ਸ਼ੁਰੂ ਕਰਨੀ ਆ। ਠੀਕ ਆ, ਨਹੀਂ ਤਾਂ ਕੀ ਕਰ ਦਿੱਤੀ, ਉਹ ਮੁਲਤਵੀ ਕਰ ਦਿੱਤੀ ਜਾਂਦੀ ਆ। ਠੀਕ ਹੈ, ਇਹ ਆਪਣੇ ਧਿਆਨ ਦੇਣ ਯੋਗ ਗੱਲ ਆ। ਅੱਗੇ ਆਪਾਂ ਕਰਦੇ ਹਾਂ ਨੈਕਸਟ ਕੀ ਆ? ਰਾਜ ਸਭਾ ਦਾ ਆਪਣਾ ਜਿਹੜਾ ਇਹ ਕੀ ਆ, ਜਿਹੜੇ ਆਪਾਂ ਜਿਵੇਂ ਅੱਗੇ ਜਾ ਕੇ ਆਪਾਂ ਕਰਾਂਗੇ ਟੌਪਿਕ ਇੱਕ ਸਪੀਕਰ ਆਫ ਲੋਕ ਸਭਾ, ਕਿਉਂਕਿ ਜਿਹੜਾ ਸਪੀਕਰ ਆਫ ਲੋਕ ਸਭਾ ਹੁੰਦਾ ਉਹਦੀ ਚੋਣ ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਕਰਦੇ ਆ। ਇੱਕ ਉੱਥੇ ਹੁੰਦਾ ਡਿਪਟੀ ਸਪੀਕਰ ਆਫ ਲੋਕ ਸਭਾ, ਉਹਦੀ ਮੈਂਬਰ ਵੀ ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਕਰਦੇ ਹੁੰਦੇ ਆ। ਤੇ ਇੱਥੇ ਇੱਕ ਕੀ ਹੁੰਦਾਗਾ? ਰਾਜ ਸਭਾ ਦੇ ਵਿੱਚ ਡਿਪਟੀ ਚੇਅਰਮੈਨ ਹੁੰਦਾ ਜੀ। ਕੌਣ ਹੁੰਦਾ? ਡਿਪਟੀ ਚੇਅਰਮੈਨ। ਦੇਖੋ ਚੇਅਰਮੈਨ ਤਾਂ ਰਾਜ ਸਭਾ ਦਾ ਆਪਾਂ ਕਰਾਂਗੇ, ਕਰ ਵੀ ਚੁੱਕੇ ਹਾਂ ਪਿੱਛੇ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾਗਾ। ਤਾਂ ਚੇਅਰਮੈਨ ਆਫ ਰਾਜ ਸਭਾ ਕੌਣ ਹੁੰਦਾ? ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਇੱਥੇ ਇੱਕ ਉਹਦੀ ਜਿਹੜੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੀ ਚੋਣ ਤਾਂ ਕੌਣ ਕਰਦਾ? ਤੁਹਾਨੂੰ ਪਤਾ ਵੀ ਸੰਸਦ ਦੇ ਦੋਨੇ ਸਦਨ ਕਰਦੇ ਆ, ਆਪਾਂ ਪੜ੍ਹ ਚੁੱਕੇ ਹਾਂ, ਲੋਕ ਸਭਾ ਤੇ ਰਾਜ ਸਭਾ। ਬਟ ਜਿਹੜਾ ਡਿਪਟੀ ਚੇਅਰਮੈਨ ਹੁੰਦਾ ਇਹਦੀ ਚੋਣ ਰਾਜ ਸਭਾ ਦੇ ਮੈਂਬਰ ਆਪਣੇ ਵਿੱਚੋਂ ਕਰਦੇ ਨੇ। ਜਦੋਂ ਕਿਤੇ ਉਪ ਰਾਸ਼ਟਰਪਤੀ ਆਪਣੀ ਪਦਵੀ ਤੇ ਨਹੀਂ ਹੁੰਦਾ ਤਾਂ ਉਸ ਸਮੇਂ ਜਿਹੜਾ ਕੰਮ ਕਰਦਾ ਉਹ ਡਿਪਟੀ ਚੇਅਰਮੈਨ ਆਫ ਰਾਜ ਸਭਾ ਕਰਦਾ ਹੁੰਦਾ। ਠੀਕ ਹੈ, ਤਾਂ ਇਹ ਵੀ ਯਾਦ ਰੱਖਿਓ ਵੀ ਜਿਹੜਾ ਡਿਪਟੀ ਚੇਅਰਮੈਨ ਦੀ ਜਿਹੜੀ ਚੋਣ ਆ ਉਹ ਕੌਣ ਕਰਦਾ? ਰਾਜ ਸਭਾ ਦੇ ਮੈਂਬਰ ਆਪਣੇ ਵਿੱਚੋਂ ਕਰਦੇ ਨੇ। ਤਾਂ ਇਹ ਵੀ ਗੱਲ ਆ ਜਿਹੜੀ ਤੁਹਾਡੇ ਲਈ ਇੰਪੋਰਟੈਂਟ ਪੇਪਰ ਦੇ ਪੱਖੋਂ ਆਪਾਂ ਦੇਖਿਆ ਜਾਵੇ। ਅੱਗੇ ਆਪਾਂ ਗੱਲ ਕਰ ਲਈਏ ਵੀ ਰਾਜ ਸਭਾ ਦੇ ਜਿਹੜੇ ਮੈਂਬਰਾਂ ਦਾ ਕੀ ਕਨਸੈਪਟ ਆ, ਰਾਜ ਸਭਾ ਦੇ ਮੈਂਬਰਾਂ ਦਾ ਕੀ ਕਨਸੈਪਟ ਆ। ਜਿਵੇਂ ਆਪਾਂ ਕੀਤਾ ਸੀਗਾ ਕਿ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹਨਾਂ ਦੀ ਗਿਣਤੀ ਜੇ ਆਪਾਂ ਮੌਜੂਦਾ ਸਮੇਂ ਦੇ ਵਿੱਚ ਦੇਖੀਏ 543 ਜਿਵੇਂ। ਠੀਕ ਆ, ਜੇ ਮੈਕਸਿਮਮ ਪੁੱਛ ਲਈ ਤਾਂ 552, ਤੇ ਉੱਥੇ ਤਾਂ ਇਸੇ ਤਰ੍ਹਾਂ ਨੂੰ ਆਪਾਂ ਇੱਥੇ ਯਾਦ ਰੱਖਣਾ ਪੈਣਾ ਵੀ ਸਟੇਟਾਂ 'ਚੋਂ ਕਿੰਨੇ ਲੈ ਜਾਂਦੇ ਆ, ਯੂਟੀਆਂ 'ਚੋਂ ਕਿੰਨੇ ਲੈ ਜਾਂਦੇ ਆ, ਜਾਂ ਫਿਰ ਪ੍ਰੈਜ਼ੀਡੈਂਟ ਦੁਆਰਾ ਨੋਮੀਨੇਟ ਕਿੰਨੇ ਕੀਤੇ ਜਾਂਦੇ ਆ। ਠੀਕ ਹੈ, ਇਹ ਵੀ ਧਿਆਨ ਦੇਣ ਯੋਗ ਗੱਲ ਹੈ ਇੱਥੇ, ਤਾਂ ਆਪਾਂ ਯਾਦ ਰੱਖਾਂਗੇ। ਤਾਂ ਸਭ ਤੋਂ ਪਹਿਲਾਂ ਦੇਖੋ ਜੇਕਰ ਤੁਹਾਨੂੰ ਕੋਈ ਪੁੱਛ ਲੈਂਦਾ ਵੀ ਰਾਜ ਸਭਾ ਦੇ ਮੈਕਸਿਮਮ ਮੈਂਬਰ ਕਿੰਨੇ ਆ ਜੀ, ਮੈਕਸਿਮਮ, ਤਾਂ ਇਹਨਾਂ ਦੀ ਗਿਣਤੀ ਹੈਗੀ 250, ਮੈਕਸਿਮਮ ਹਾਈਐਸਟ ਮੈਂਬਰ। ਠੀਕ ਹੈ, ਨੰਬਰ 2 ਤੇ ਜੇਕਰ ਪੁੱਛਿਆ ਜਾਂਦਾ 250 ਦੇ ਅਕੋਰਡਿੰਗ ਗਿਣਤੀ ਵੀ ਚੁਣ ਕੇ ਕਿੰਨੇ ਭੇਜਦੇ ਆਪਾਂ, ਜਿਹੜੇ ਇਲੈਕਟਡ ਮੈਂਬਰ ਕਿੰਨੇ ਹੁੰਦੇ ਆ, ਇਲੈਕਟਡ ਜਿਹੜੇ ਕਿ ਆਪਾਂ ਚੁਣ ਕੇ ਭੇਜਦੇ ਆ, ਚੁਣ ਕੇ ਭੇਜੇ ਜਾਂਦੇ ਆ 250 ਦੇ ਅਕੋਰਡਿੰਗ 238, ਕਿਉਂਕਿ ਕਈ ਵਾਰੀ ਐਗਜ਼ਾਮੀਨਰ 250 ਦੇ ਅਕੋਰਡਿੰਗ ਪੁੱਛ ਲੈਂਦਾ ਉਲਝਾ ਕੇ ਇੱਕ ਕੁਐਸਚਨ ਨੂੰ, ਤਾਂ 238। ਜਿਹੜੇ ਨੋਮੀਨੇਟਡ ਕਿੰਨੇ ਹੁੰਦੇ ਆ? 12। ਅੱਗੇ ਜਾ ਕੇ ਕਰਾਂਗੇ ਗੱਲ ਇਹਨਾਂ ਬਾਰੇ। ਤਾਂ 83 ਆਰਟੀਕਲ ਦੇ ਥਰੂ ਜਿਹੜੇ ਨੋਮੀਨੇਟ ਕੀਤੇ ਜਾਂਦੇ ਆ। ਥੱਲੇ ਆਇਰਲੈਂਡ ਲਿਖਿਆ ਦੇਖ ਰਹੇ ਹੋ, ਇਹ ਕਨਸੈਪਟ ਆਇਆ ਸੀਗਾ ਵੀ ਕਈ ਵਾਰੀ ਐਗਜ਼ਾਮੀਨਰ ਪੁੱਛ ਲੈਂਦਾ ਵੀ ਜਿਹੜੇ ਰਾਜ ਸਭਾ ਦੇ ਵਿੱਚ 12 ਮੈਂਬਰ ਨੋਮੀਨੇਟ ਕੀਤੇ ਜਾਂਦੇ ਆ, ਉਹਨਾਂ ਦਾ ਕਨਸੈਪਟ ਆਪਾਂ ਆਈਡੀਆ ਕਿਹੜੇ ਕੰਟਰੀ ਤੋਂ ਲਿਆ, ਤਾਂ ਉਹ ਲਿਆ ਗਿਆ ਆਇਰਲੈਂਡ ਦੇ ਸੰਵਿਧਾਨ ਤੋਂ, ਕਹਿਣ ਦਾ ਭਾਵ ਜਿੱਥੋਂ ਆਪਾਂ DPSP ਲਏ ਸੀਗੇ। ਠੀਕ ਹੈ, ਤੇ ਇਹ ਸੀਗਾ 12 ਮੈਂਬਰ ਨੋਮੀਨੇਟਡ ਹੁੰਦੇ ਨੇ। ਇਹ ਆਪਾਂ ਕੀਤੀ ਆ ਗੱਲ 250 ਦੇ ਅਕੋਰਡਿੰਗ। ਜੇ ਆਪਾਂ ਗੱਲ ਕਰ ਲਈਏ ਮੌਜੂਦਾ ਗਿਣਤੀ ਇਹਨਾਂ ਦੀ ਹੈਗੀ 245 ਅੱਜ ਦੇ ਸਮੇਂ ਦੇ ਵਿੱਚ, ਤਾਂ ਇਹਦੇ ਅਕੋਰਡਿੰਗ ਆਪਾਂ ਇਲੈਕਟ ਕਰਕੇ ਕਿੰਨੇ ਭੇਜਦੇ ਆ? 233 ਜਿਹੜੇ ਚੁਣ ਕੇ ਭੇਜੇ ਜਾਂਦੇ ਆ ਰਾਜਾਂ ਦੇ ਵਿੱਚੋਂ। ਠੀਕ ਹੈ, ਤੇ ਯੂਟੀਆਂ ਦੇ ਵਿੱਚੋਂ, ਤੇ ਜਿਹੜੇ 12 ਮੈਂਬਰ ਨੇ ਇਹ ਰਾਸ਼ਟਰਪਤੀ ਦੁਆਰਾ ਨੋਮੀਨੇਟਡ ਕੀਤੇ ਜਾਂਦੇ ਆ। ਠੀਕ ਆ, ਨੋਮੀਨੇਟਡ ਬਾਏ ਦਾ ਪ੍ਰੈਜ਼ੀਡੈਂਟ। ਇੱਥੇ ਇਹ ਜਿਹੜੇ ਪ੍ਰੈਜ਼ੀਡੈਂਟ ਦੁਆਰਾ ਨੋਮੀਨੇਟ ਕੀਤੇ ਜਾਂਦੇ ਨੇ 83 ਦੇ ਅਕੋਰਡਿੰਗ। ਆਪਾਂ ਪਿੱਛੇ ਗੱਲ ਕਰ ਚੁੱਕੇ ਹਾਂ ਕਿਹੜੇ ਆਰਟੀਕਲ ਦੇ ਥਰੂ, 83 ਦੇ ਅਕੋਰਡਿੰਗ। ਤਾਂ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਡੀਪਲੀ ਦੇਖੀਏ ਆਪਾਂ, ਜਿਹੜੇ 233 ਮੈਂਬਰ ਆਪਾਂ ਚੁਣ ਕੇ ਭੇਜਦੇ ਹਾਂ, ਕਿਉਂਕਿ ਆਪਾਂ ਨੂੰ ਪਤਾ ਵੀ ਇੰਡੀਆ ਦੇ ਵਿੱਚ ਕੁਝ ਸਟੇਟ ਨੇ, ਕੁਝ ਯੂਟੀਆਂ ਨੇ, ਤਾਂ ਇੱਥੋਂ ਸਟੇਟਾਂ ਦੇ ਵਿੱਚੋਂ ਜਾਂਦੇ ਆ 229 ਮੈਂਬਰ। ਕਿੰਨੇ ਜਾਂਦੇ ਆ ਜੀ? 229। ਤੇ ਰਾਜਾਂ ਚੋਂ ਜਿਹੜੇ ਆਪਣੇ ਯੂਟੀਆਂ ਨੇ, ਯੂਨੀਅਨ ਟੈਰੀਟਰੀਜ਼, ਇੱਥੋਂ ਕਿੰਨੇ ਜਾਂਦੇ ਆ ਜੀ? 4 ਮੈਂਬਰ। ਤਾਂ ਦੇਖਣੇ ਆ ਯੂਟੀਆਂ ਚੋਂ ਕਿੰਨੇ ਜਾਂਦੇ ਆ ਇੱਥੇ 4, ਸਟੇਟਾਂ ਚੋਂ ਕਿੰਨੇ ਜਾਂਦੇ ਆ 529। ਜਿਵੇਂ ਆਪਾਂ ਉੱਥੇ ਕੀਤਾ ਸੀਗਾ ਲੋਕ ਸਭਾ ਦੇ ਵਿੱਚ ਰਾਜਾਂ ਦੇ ਵਿੱਚੋਂ ਕਿੰਨੇ ਜਾਂਦੇ ਆ 530 ਮੈਂਬਰ ਇਲੈਕਟ ਹੋ ਕੇ ਜਾਣਗੇ। ਯੂਟੀਆਂ ਚੋਂ ਜਿਹੜੇ ਪ੍ਰਾਈਮ ਦੇ ਅਕੋਰਡਿੰਗ ਦੇਖੀਏ ਆਪਾਂ 13 ਹੋ ਕੇ ਜਾਂਦੇ ਆ। ਠੀਕ ਹੈ, ਜੇਕਰ 552 ਦੇ ਅਕੋਰਡਿੰਗ ਦੇਖਾਂਗੇ ਫਿਰ ਉੱਥੇ ਯੂਟੀਆਂ ਚੋਂ 20 ਹੋ ਜਾਂਦੇ ਆ। ਤਾਂ ਇੱਥੇ ਕੀ ਆ, ਇਹ ਕਨਸੈਪਟ ਵੀ ਤੁਹਾਡੇ ਲਈ ਸਮਝਣਾ ਜ਼ਰੂਰੀ ਆ ਵੀ ਸਾਡੇ ਸਟੇਟਾਂ ਚੋਂ ਰਾਜ ਸਭਾ 'ਚ ਕਿੰਨੇ ਜਾਂਦੇ ਆ ਤੇ ਯੂਟੀਆਂ ਚੋਂ ਕਿੰਨੇ ਜਾਂਦੇ ਆ। ਉਸ ਤੋਂ ਡੀਪਲੀ ਜੇ ਕੋਈ ਪੁੱਛ ਲੇ ਵੀ ਜਿਹੜੀ ਦਿੱਲੀ ਆ ਸਾਡੀ, ਇੱਥੋਂ ਕਿੰਨੇ ਜਾਂਦੇ ਆ? 3 ਮੈਂਬਰ ਰਾਜ ਸਭਾ 'ਚ ਭੇਜੇ ਜਾਂਦੇ ਆ।
ठीक है। तो जी पांडुचेरी आ उत्थों कितना 1, बस ये 2 चों भेजे जाते हैं, ठीक है। क्यों? क्योंकि इत्थे विधान सभा हैगी आ, ठीक है। इस तरह आप याद रखेंगे। बाकी जिहड़ियां साडीआं ड्यूटियां ने उत्थे विधान सभा नहीं हैगी, इस करके कित्थों जांदी है ड्यूटियां च दिल्ली एंड पांडुचेरी दे विचों, ठीक है। ये भी तुहाडे ध्यान देण जो जिहड़ी चीज़ आ। तां देखो ये हो गया कंसैप्ट जिहड़ा। हुण जिहड़े 12 मैंबर नॉमीनेट किए जाते हैं, तुहाडे माइंड दे विच एक सवाल होगा भी जिहड़े 12 मैंबर नॉमीनेट किए जाते हैं ये कित्थों किए जाते हैं, राष्ट्रपति किन्हां नूं कर सकदा, कि ये अपनी मर्जी नाल कर सकदा जां की कंसैप्ट हुंदा, किहड़ियां नूं करेगा। तां ओह आपां देखदे हां अगे। अगे देखो कि जी राज सभा के जोड़े 12 मैंबरों का कंसैप्ट की आ, ये आप देखते हैं नैक्सट। हुण देखते हैं अगे जी। तो देखो जोड़े 12 मैंबर नॉमीनेट किए जाते हैं 80-3 के अकॉर्डिंग, तो वो जोड़े है ने आप देखते हैं ये वाले 12 मैंबर नॉमीनेटेड। जिमें राष्ट्रपति लोक सभा के पहला आ जी 104 अमेंडमेंट हुई है, तो पहला एंगलो इंडियन के 2 नॉमीनेट करता होंदा सी आर्टिकल 331 के थ्रू। तो इत्थे की हैगा, इत्थे जिहड़ा आपां एक ट्रिक बनाया गा याद रखने तुहाडे क्लास, एक आपां क्लास ट्रिक बनाता याद रखने लई, ठीक है। तुसीं बेशक इहनूं सीधा लास बना लो, क्लास वैसे ही कट दो, ठीक है। क्योंकि इत्थे सी साइलेंट आ। जो आप राजपाल पढ़ांगे उत्थे सी हैगी, उत्थे कोऑपरेटिव सोसाइटी च वो विधान परिषद दे विच लैंदा हुंदा मैंबर। तो इत्थे ट्रिक की बनदा लास, कल्ला लास रख लो तां भी तुहाडे लई वधिया हैगा। एल ते हुंदा लिटरेचर, जे कोई व्यक्ति ਸਾਹਿਤ ਦੇ ਵਿੱਚ प्रसिद्धि प्राप्त आ ਤਾਂ राष्ट्रपति ਉਹਨੂੰ डायरैक्टली की कर सकता, ਰਾਜ ਸਭਾ ਮੈਂਬਰ अपॉइंट कर सकता। आर्ट ਹੁੰਦਾ ਗਾ कोई अपना व्यक्ति विज्ञानक खेत्र ਦੇ ਵਿੱਚ कला ਦੇ ਵਿੱਚ प्रसिद्ध आ ਤੇ ਉਹਨੂੰ ਆਪਾਂ डायरैक्ट मैंबर नॉमीनेट कर सकदा गा। बट एक ਇੱਥੇ थोड़ी ਜਿਹੀ ਇੱਕ ਹੋਆ कि अपना क्रिकेटर खिडारी सचिन तेंदुलकर, ਉਹਨੂੰ ਕੀ ਕੀਤਾ ਸੀਗਾ ਰਾਜ ਸਭਾ ਦਾ ਮੈਂਬਰ ਲਾਤਾ ਸੀ। ਕਿਉਂ? ਕਿਉਂਕਿ ਚੰਗਾ ਖਿਡਾਰੀ ਸੀਗਾ। ਤੇ ਕੀ ਹੋਇਆ ਉਸ ਤੇ ਇੱਕ ਆਬਜੈਕਸ਼ਨ ਉੱਠੀ, ठीक है। दिल्ली हाई कोर्ट ने की कहा, दिल्ली हाई कोर्ट ने कहा भी जी इसनूं इलैक्ट नहीं किया जा सकता, क्योंकि आप खेड नूं कला नहीं कह सकते। एक कलात्मक विधियां ने भी इसनूं देखण दे विच ही वधिया लगदियां ने, खेड दे विच कोई ज़्यादा वो नहीं, तो इस करके उहदी जिहड़ी वो रद्द करती सी। तो हाई कोर्ट ने कहा सीगा भी कला तो भाव जिहड़ा कोई अपना विज्ञानक डूंगी खोज जिहड़ी आ उहनूं आपां कला कह सकते हैं। तो बेशक तुसीं तां याद रखना भी कला, बस कला याद रखना, कला दे विचों लै जांदे आ। तो उस तो बाद सोशल साइंस, जे कोई व्यक्ति समाज सेवी आ, समाजिक खेत्र में प्रसिद्धि प्राप्त आ, तो उन्होंने भी राज सभा डायरैक्ट मैंबर नॉमीनेट किया जा सकता है। उस तो बाद साइंस के साइंस जे कोई साइंटिस्ट आ वड्डा, ठीक है, तो उन्होंने जो राज सभा मैंबर लगाया जा सकता है। बस तुसीं क्या याद रखना कि लिटरेचर, आर्ट, सोशल साइंस ते साइंस के 12 मैंबर राष्ट्रपति द्वारा नॉमीनेट किए जा सकते हैं डायरैक्टली। इत्थे एक कंसैप्ट मैं तुहानूं पहलां दस्सिया सीगा भी जिहड़े 12 मैंबर नॉमीनेटेड ने यह प्रेजिडेंट की चोण के हिस्सा नहीं लेंदे, बट जो उन्होंने रिमूव करना उदों हिस्सा लैणगे, ठीक है। तो उप राष्ट्रपति की चोण के तुहानूं दस्सिया सी चोण के हिस्सा लैंदे ने। तो ये थोड़ा थोड़ा मैं तुहानूं नाल दस रहा। उस तो बाद की आ इन्हां दी जिहड़ी चोण किहड़े तरीके नाल हुंदी आ, जिवें आपां पिछले हर एक तरीक तुहानूं चोण का पता होना चाहिए कंसैप्ट भी जिहड़े लोक सभा मैंबर किवें चुने जांदे आ, राज सभा दे किवें चुने जांदे आ, वाइस प्रेजिडेंट किवें चुने जांदा, प्रेजिडेंट किवें चुने जांदा। तो इत्थे आपां देखदे आ ਜਿਹੜੀਆਂ ਇਹ ਸਾਡੇ ਰਾਜਾਂ ਦੇ ਪ੍ਰਤੀਨਿਧ ਚੋਣ ਜਿਹੜਾ ਕਿਵੇਂ ਚੁਣਿਆ ਜਾਂਦਾ, ਇਹ ਵਿਧਾਨ ਸਭਾਵਾਂ ਦੇ ਮੈਂਬਰਾਂ ਦੁਆਰਾ ਚੁਣੇ ਜਾਂਦੇ ਆ, ਠੀਕ ਹੈ, ਐਮਐਲਏ ਦੁਆਰਾ, ਠੀਕ ਹੈ। ਵਿਧਾਨ ਸਭਾਵਾਂ ਦੇ ਮੈਂਬਰਾਂ ਦੁਆਰਾ ਇਹਨਾਂ ਦੀ ਚੋਣ ਆ ਜਿਹੜੀ ਉਹ ਹੁੰਦੀ ਆ। ਤਾਂ ਇਹ ਗੱਲ ਤੁਸੀਂ ਯਾਦ ਰੱਖਣੀ ਆ। ਤੇ ਇੱਕ ਇੱਥੇ ਗੱਲ ਆਪਾਂ ਹੋਰ ਯਾਦ ਰੱਖਣੀ ਆ ਵੀ ਇਹਨਾਂ ਦੀ ਚੋਣ ਦੀ ਵਿਧੀ ਕਿਹੜੀ ਆ। ਜਿਵੇਂ ਆਪਾਂ ਪਿੱਛੇ ਪ੍ਰੈਜ਼ੀਡੈਂਟ 'ਚ ਕੀਤਾ ਸੀਗਾ ਸਿੰਗਲ ਟਰਾਂਸਫਰੇਬਲ ਵੋਟਰ ਸਿਸਟਮ, ਠੀਕ ਆ, ਉਹੀ ਸਿਸਟਮ ਇੱਥੇ ਹੁੰਦਾ ਗਾ। ਦੇਖੋ ਇਹ ਚੋਣ ਪ੍ਰਤੀਨਿਧਤਾ ਪ੍ਰਣਾਲੀ, ਠੀਕ ਆ, ਕਿਹੜੀ ਆ, ਇਹਨੂੰ ਪੰਜਾਬੀ 'ਚ ਕੀ ਬੋਲਦਾ ਮੈਂ, ਇਕਾਇਰਵੀਂ ਬਦਲਵੀਂ ਜਿਹੜੀ ਵੋਟ ਪ੍ਰਣਾਲੀ, ਜਿਹਨੂੰ ਆਪਾਂ ਕੀ ਕਹਿੰਦੇ ਆ ਸਿੰਗਲ ਟਰਾਂਸਫਰਏਬਲ ਵੋਟ ਸਿਸਟਮ। ਵੀ ਕਹਿਣ ਦਾ ਭਾਵ ਜਿਹੜੀ ਤੁਹਾਡੀ ਵੋਟ ਆ ਟਰਾਂਸਫਰ ਹੋ ਜਾਂਦੀ ਆ। ਜਿਵੇਂ ਆਪਾਂ ਪ੍ਰੈਜ਼ੀਡੈਂਟ ਤੁਹਾਨੂੰ ਦੱਸਿਆ ਹੋਇਆ, ਜਿਹਨੇ ਵੀਡੀਓ ਨਹੀਂ ਦੇਖੀ ਤਾਂ ਉੱਥੇ ਜਾ ਕੇ ਦੇਖ ਸਕਦੇ ਹੋ। ਤਾਂ ਉਹੀ ਵਿਧੀ ਆ ਚੋਣ ਦੀ। ਉਸ ਤੋਂ ਪਹਿਲਾਂ ਕੀ ਹੁੰਦਾ ਸੀ ਕਹਿੰਦੇ, ਬਟ 2003 ਤੋਂ ਪਹਿਲਾਂ ਇਹਨਾਂ ਦੀ ਚੋਣ ਜਿਹੜੀ ਹੋਰ ਮੈਥਡ ਨਾਲ ਹੀ ਹੁੰਦੀ ਸੀ। ਉਹ ਕੀ ਹੁੰਦਾ ਸੀਗਾ, ਰਾਜ ਸਭਾ ਦੇ ਮੈਂਬਰਾਂ ਦੀ ਵਿਧਾਨ ਸਭਾਵਾਂ ਦੇ ਮੈਂਬਰਾਂ ਦੁਆਰਾ ਗੁਪਤ ਮਤਦਾਨ ਰਾਹੀਂ ਚੁਣੇ ਜਾਂਦੇ ਸੀ। ਇਹ ਪਹਿਲਾਂ ਕਿਵੇਂ ਚੋਣ ਕੀਤੀ ਜਾਂਦੀ ਹੈ ਇਹਨਾਂ ਦੀ, ਗੁਪਤ ਮਤਦਾਨ। ਉਸ ਤੋਂ ਬਾਅਦ ਕੀ ਹੋਇਆ, ਇਹਨੂੰ ਆਪਾਂ ਸੀਕ੍ਰੇਟ ਵੈਲਟ ਕਹਿ ਦਿੰਦੇ ਆ, ਠੀਕ ਆ, ਗੁਪਤ। ਪਰ 2003 ਦੇ ਵਿੱਚ ਕੀ ਕੀਤਾ ਸੰਸਦ ਨੇ 1951 ਦੇ ਇਸ ਲੋਕ ਪ੍ਰਤੀਨਿਧਤਾ ਕਾਨੂੰਨ ਦੀ ਕੀ ਕਰਤੀ, ਗੁਪਤ ਮਤਦਾਨ ਦੀ ਬਜਾਏ ਹੁਣ ਕੀ ਹੈ ਇਹਦੀ ਚੋਣ ਕਿਹੜੇ ਮੈਥਡ ਨਾਲ ਕੀਤੀ ਜਾਂਦੀ ਆ, ਓਪਨ ਵੈਲਟ ਪੇਪਰ ਰਾਹੀਂ। ਓਪਨ, ਬਸ ਤੁਸੀਂ ਇੱਥੇ ਕਿਹੜੇ ਕਿਹੜੇ ਪੁਆਇੰਟ ਯਾਦ ਰੱਖਣੇ ਆ। ਇੱਕ ਤਾਂ ਇਹਨਾਂ ਦੀ ਚੋਣ ਦਾ ਮੈਥਡ ਕਿਹੜਾ, ਡਾਇਰੈਕਟਲੀ ਆਪਾਂ ਕਹਿ ਦਈਏ ਸਿੰਗਲ ਟਰਾਂਸਫਰੇਬਲ ਵੋਟ ਸਿਸਟਮ, ਇੱਕ ਤਾਂ ਇਹ ਯਾਦ ਰੱਖਣਾ। ਤੇ 2003 ਤੋਂ ਪਹਿਲਾਂ ਚੋਣ ਕਿਵੇਂ ਹੁੰਦੀ ਸੀ, ਗੁਪਤ, ਹੁਣ ਕਿਵੇਂ ਹੁੰਦੀ ਆ, ਓਪਨ, ਠੀਕ ਆ। ਆਪਾਂ ਇਹ ਪੁਆਇੰਟ ਯਾਦ ਰੱਖਣੇ ਇੱਥੇ। ਤੇ ਉਸ ਤੋਂ ਬਾਅਦ ਇਹਨਾਂ ਦੀ ਚੋਣ ਕਰਦਾ ਕੌਣ ਆ, ਵਿਧਾਨ ਸਭਾਵਾਂ ਦੇ ਮੈਂਬਰ, ਠੀਕ ਹੈ। ਤੇ ਇਹ ਪੁਆਇੰਟ ਤੁਸੀਂ ਯਾਦ ਰੱਖਣੇ ਆ। ਨੈਕਸਟ ਗੱਲ ਕਰਦੇ ਆ ਅੱਗੇ।
ਅੱਗੇ ਕੀ ਹੈਗਾ, ਜਿਵੇਂ ਤੁਹਾਨੂੰ ਕੋਈ ਪੁੱਛ ਲੇ ਵੀ ਜਿਹੜੇ ਰਾਜ ਸਭਾ ਦੇ ਮੈਂਬਰਾਂ ਦੀ ਚੋਣ ਦਾ ਮੈਥਡ ਤਾਂ ਆਪਾਂ ਕਹਿ ਲਿਆ ਵੀ ਸਿੰਗਲ ਟ੍ਰਾਂਸਫਰ ਵੋਟ ਸਿਸਟਮ ਆ। ਆਧਾਰ ਕੀ ਬਣਾਇਆ ਜਾਂਦਾ, ਕਿਹੜੇ ਆਧਾਰ ਤੇ ਇਹਨਾਂ ਦੀ ਪ੍ਰਤੀਨਿਧਤਾ ਦਿੱਤੀ ਜਾਂਦੀ ਆ, ਕਿਹੜੇ ਆਧਾਰ ਤੇ ਮੈਂਬਰ ਲਏ ਜਾਂਦੇ ਨੇ। ਜਿਵੇਂ ਆਪਾਂ ਕਹਦੇ ਵੀ ਪੰਜਾਬ ਦੇ ਵਿੱਚ 28 ਸਟੇਟ ਨੇ, ਕੀ 28 ਸਟੇਟਾਂ 'ਚ ਸਮਾਨ ਜਾਣਗੇ ਸਾਰਿਆਂ 'ਚੋਂ ਇੱਕੋ ਜਿਹੇ ਮੈਂਬਰ, ਠੀਕ ਹੈ ਵੀ 5 ਸਾਰਿਆਂ 'ਚੋਂ 5-5 10-10 ਇੱਦਾਂ ਜਾਣਗੇ, ਤਾਂ ਇੱਦਾਂ ਦਾ ਕਨਸੈਪਟ ਨਹੀਂ ਹੈਗਾ। ਬੇਸ਼ੱਕ ਕੁਝ ਦੇਸ਼ ਨੇ ਆਪਣੇ, ਜਿਸ ਤਰ੍ਹਾਂ ਅਮਰੀਕਾ ਹੋ ਗਿਆ, ਠੀਕ ਆ, ਆਸਟ੍ਰੇਲੀਆ, ਇੱਥੇ ਕੀ ਆ ਜਿਹੜੇ ਰਾਜਾਂ ਨੂੰ ਸਮਾਨ ਪ੍ਰਤੀਨਿਧਤਾ ਦਿੱਤੀ ਹੋਈ ਹੈ ਸਾਰਿਆਂ ਨੂੰ, ਵੀ ਸਾਰਿਆਂ ਦੇ ਸੇਮ ਜਾਣਗੇ। ਬਟ ਆਪਣੇ ਇੱਦਾਂ ਨਹੀਂ ਹੈਗਾ, ਆਪਣੇ ਕੀ ਆ, ਆਪਣੇ ਆਧਾਰ ਬਣਾਇਆ ਗਿਆ ਬਸੋਂ ਦਾ, ਬਸੋਂ ਜਨਸੰਖਿਆ ਦਾ, ਠੀਕ ਹੈ। ਜਿਹੜੇ ਇਲਾਕੇ ਦੀ, ਜਿਹੜੇ ਰਾਜ ਦੀ ਆਬਾਦੀ ਵੱਧ ਆ, ਉਹਦੇ ਅਕੋਰਡਿੰਗ ਜਿਹੜੇ ਮੈਂਬਰ ਆ ਉਹ ਰਾਜ ਸਭਾ 'ਚ ਭੇਜੇ ਜਾਂਦੇ ਆ। ਜੇ ਆਪਾਂ ਹੁਣ ਐਗਜ਼ਾਮਪਲ ਦੇ ਤੌਰ 'ਤੇ ਦੇਖੀਏ, ਪੰਜਾਬ ਦੇ ਵਿੱਚੋਂ ਕਿੰਨੇ ਭੇਜੇ ਜਾਂਦੇ ਆ, 7 ਭੇਜੇ ਜਾਂਦੇ, ਤੁਹਾਨੂੰ ਪਤਾ ਪੰਜਾਬ ਦੇ ਵਿੱਚੋਂ ਆਪਾਂ 7 ਭੇਜੇ ਜਾਂਦੇ ਆ, ਹਰਿਆਣੇ 'ਚੋਂ 5, ਉੜੀਸਾ 'ਚੋਂ 10, ਕਰਨਾਟਕਾ 'ਚੋਂ 12, ਇੱਦਾਂ ਅਲੱਗ-ਅਲੱਗ, ਠੀਕ ਹੈ। ਇਹ ਬੇਸ਼ੱਕ ਆਪਾਂ ਯਾਦ ਨਹੀਂ ਰੱਖਣੇ, ਆਪਾਂ ਨੂੰ ਆਪਣੇ ਸਟੇਟ ਦੇ ਜ਼ਰੂਰ ਪਤਾ ਹੋਣੇ ਚਾਹੀਦੇ ਵੀ 7 ਮੈਂਬਰ ਆਪਾਂ ਰਾਜ ਸਭਾ 'ਚ ਭੇਜਦੇ ਹਾਂ। ਅਤੇ ਦੂਜੇ ਪਾਸੇ ਉੱਤਰ ਪ੍ਰਦੇਸ਼ 'ਚੋਂ ਇਕੱਲੇ 'ਚੋਂ ਕਿੰਨੇ ਭੇਜੇ ਜਾਂਦੇ ਆ, 31 ਮੈਂਬਰ ਭੇਜੇ ਜਾਂਦੇ ਆ। ਇਸ ਕਰਕੇ ਇਹਨਾਂ ਦੀ ਚੋਣ ਦਾ ਜਿਹੜਾ ਆਪਣਾ ਕਹਿੰਦੇ ਆਧਾਰ ਬਣਾਇਆ ਗਿਆ, ਉਹ ਕਿਹੜਾ ਬਣਾਇਆ ਗਿਆ, ਜਨਸੰਖਿਆ ਬਣਾਇਆ ਗਿਆ। ਜਨਸੰਖਿਆ ਦੇ ਆਧਾਰ ਤੇ ਭੇਜੇ ਜਾਂਦੇ ਆ, ਜਿਸ ਅਕੋਰਡਿੰਗ ਜਿਹੜੀ ਰਾਜ ਦੀ ਜਨਸੰਖਿਆ ਉਹਦੇ ਅਕੋਰਡਿੰਗ ਦੇ ਇਹਦੇ ਮੈਂਬਰ ਆ ਜਿਹੜੇ ਉਹ ਭੇਜੇ ਜਾਂਦੇ ਆ ਸੈਂਟਰ ਦੇ ਵਿੱਚ। ਉਸ ਤੋਂ ਬਾਅਦ ਕੀ ਆ, ਉਸ ਤੋਂ ਬਾਅਦ ਆਪਾਂ ਅੱਗੇ ਦੇਖਾਂਗੇ। ਦੇਖੋ ਜੀ, ਕੌਂਸਲ ਆਫ ਸਟੇਟ, ਆਪਾਂ ਪਿੱਛੇ ਗੱਲ ਕਰਕੇ ਹਟਿਆ ਵੀ ਇਹਨੂੰ ਪਹਿਲਾਂ ਕੌਂਸਲ ਆਫ ਸਟੇਟ ਕਿਹਾ ਜਾਂਦਾ ਸੀ, ਠੀਕ ਹੈ, ਕੌਂਸਲ ਆਫ ਸਟੇਟ ਕਿਹਾ ਜਾਂਦਾ ਸੀਗਾ। ਤੇ ਇਹਦਾ ਜਿਹੜਾ ਨਾਮ ਹਿੰਦੀ ਭਾਸ਼ਾ ਵਿੱਚ ਆਪਾਂ ਰਾਜ ਭਾਸ਼ਾ ਪਿਆ, ਆਪਣਾ ਰਾਜ ਸਭਾ ਪਿਆ, ਸੌਰੀ ਰਾਜ ਸਭਾ ਪਿਆ, ਇਹ ਕਦੋਂ ਪਿਆ, ਇਹ ਪਿਆ 23 ਅਗਸਤ 1954 ਨੂੰ। ਤਾਂ ਇਸ ਤੋਂ ਬਾਅਦ ਆਪਾਂ ਇਹਨੂੰ ਰਾਜ ਸਭਾ ਕਹਿਣ ਲੱਗੇ ਹਾਂ। ਕਈ ਵਾਰੀ ਐਗਜ਼ਾਮੀਨਰ ਦੁਆਰਾ ਪੁੱਛਿਆ ਗਿਆ UPSC ਦੇ ਪੇਪਰਾਂ ਦੇ ਵਿੱਚ ਵੀ ਜਿਹੜਾ ਇਹਨੂੰ ਕੌਂਸਲ ਆਫ, ਇਹਦਾ ਪੁਰਾਣਾ ਨਾਮ ਕੀ ਹੈ ਰਾਜ ਸਭਾ ਦਾ, ਕੌਂਸਲ ਆਫ ਸਟੇਟ, ਕੌਂਸਲ ਆਫ ਸਟੇਟ, ਇਹ ਤੁਸੀਂ ਯਾਦ ਰੱਖਣਾ। ਇਹ ਜਿਹੜੀ ਟਰਮ ਆ ਗਈ, ਜਿਵੇਂ ਲੋਕ ਸਭਾ ਦੇ ਆਪਾਂ ਪਿੱਛੇ ਟਰਮ ਕੀਤੀ ਆ, ਉਹ ਕੀ ਆ 5 ਸਾਲ ਦੀ ਸੀਗੀ, 5 ਸਾਲ ਦੀ ਟਰਮ ਸੀ। ਇੱਥੇ ਜਿਹੜੀ ਟਰਮ ਇਹਦੀ ਕਿੰਨੀ ਆ, 6 ਈਅਰ, 6 ਸਾਲ ਦੀ ਆ, ਠੀਕ ਹੈ। ਤੇ ਕੀ ਆ ਬਟ ਇਹ ਫਿਕਸਡ ਆ, ਫਿਕਸਡ ਹਾਊਸ ਆ, ਇਹ ਕਦੇ ਭੰਗ ਨਹੀਂ ਕੀਤਾ ਜਾ ਸਕਦਾ, ਕਹਿਣ ਦਾ ਭਾਵ, ਠੀਕ ਹੈ। ਇਹ ਵੀ ਤੁਸੀਂ ਪੁਆਇੰਟ ਯਾਦ ਰੱਖਣਾ। ਉਸ ਤੋਂ ਬਾਅਦ ਕੀ ਆ, ਫਿਕਸਡ ਕਿਵੇਂ ਆ, ਇਹਦੇ 1/3 ਮੈਂਬਰ ਨੇ ਜਿਹੜੇ ਤੁਹਾਨੂੰ ਪਤਾ ਵੀ ਹਰ 2 ਸਾਲਾਂ ਬਾਅਦ ਕੀ ਆ ਰਿਟਾਇਰ ਹੋ ਜਾਂਦੇ ਆ, ਤੇ ਉੱਥੇ ਨਵੇਂ ਭਰਤੀ ਹੋਈ ਜਾ ਰਹੇ ਨੇ, ਠੀਕ ਹੈ। ਇਸ ਕਰਕੇ ਇਹ ਕਦੇ ਭੰਗ ਨਹੀਂ ਹੁੰਦੀ। ਜੇ ਆਪਾਂ ਦੇਖੀਏ ਲੋਕ ਸਭਾ 5 ਸਾਲਾਂ ਬਾਅਦ ਆਟੋਮੈਟਿਕਲੀ ਉਹ ਭੰਗ ਹੋ ਕੇ ਨਵੀਂ ਚੁਣੀ ਜਾਂਦੀ ਆ। ਇਹ ਇਦਾਂ ਦਾ ਕੋਈ ਕਨਸੈਪਟ ਨਹੀਂ ਹੈਗਾ। ਇਹਦੇ ਮੈਂਬਰ ਰਿਟਾਇਰ ਹੋਈ ਜਾਂਦੇ ਆ, ਤੇ ਨਾਲ ਦੀ ਨਾਲ ਜਿਹੜੇ ਇਹਦੇ ਮੈਂਬਰਾਂ ਦੀ ਚੋਣ ਕੀਤੀ ਜਾਂਦੀ ਆ। ਜਿਵੇਂ ਕਹਿੰਦੀ ਵੀ 1/3 ਜਿਹੜੇ ਰਿਟਾਇਰ ਹੋ ਗਏ, ਉੱਥੇ 1/3 ਜਿਹੜੇ ਉਹ ਨਵੇਂ ਭਰਤੀ ਕਰ ਲਏ ਜਾਂਦੇ ਨੇ, ਠੀਕ ਹੈ। ਤੇ ਆਈ ਥਿੰਕ ਕਿ ਸਮਝ ਗਏ ਹੋਵੋਗੇ। ਜੇ ਆਪਾਂ ਗੱਲ ਕਰ ਲਈਏ ਰਿਜ਼ਰਵੇਸ਼ਨ ਦੀ, ਜੇ ਆਪਾਂ ਗੱਲ ਕਰ ਲਈਏ ਰਿਜ਼ਰਵਡ ਸੀਟਾਂ, ਵੀ ਰਾਜ ਸਭਾ ਦੇ ਵਿੱਚ ਯਾਰ ਰਿਜ਼ਰਵਡ ਸੀਟਾਂ ਕਿੰਨੀਆਂ ਹੁੰਦੀਆਂ ਨੇ, ਤੁਹਾਡੇ ਮਾਈਂਡ ਦੇ ਵਿੱਚ ਹੋਊਗਾ ਵੀ ਕੀ ਰਾਜ ਸਭਾ ਸੀਟਾਂ ਦੀ ਜਿਹੜੀ ਰਿਜ਼ਰਵੇਸ਼ਨ ਹੈਗੀ ਹੈ ਜਾਂ ਨਹੀਂ ਹੈਗੀ। ਤਾਂ ਇੱਥੇ ਨੋ, ਇੱਥੇ ਕੋਈ ਸੀਟਾਂ ਦੀ ਰਾਖਵਾਂਕਰਨ ਨਹੀਂ ਹੈਗਾ, ਇੱਥੇ ਸੀਟਾਂ ਦਾ ਕੋਈ ਰਾਖਵਾਂਕਰਨ ਨਹੀਂ ਹੈਗਾ। ਜਿਵੇਂ ਆਪਾਂ ਲੋਕ ਸਭਾ 'ਚ ਪੜ੍ਹਿਆ ਸੀਗਾ ਵੀ ਐਸੀਆਂ ਲਈ 84 ਸਥਾਨ ਰਾਖਵੇ ਆ, ਐਸਟੀਆਂ ਲਈ 47 ਸਥਾਨ ਆ, ਕੁੱਲ ਕਿੰਨੇ ਆ 131। ਤਾਂ ਇੱਥੇ ਕੋਈ ਰਾਖਵਾਂਕਰਨ ਨਹੀਂ ਹੈਗਾ। ਰਾਜਿਆਂ ਦੇ ਆਪਾਂ ਟ੍ਰਿਕ ਵੀ ਦੱਸਿਆ ਤੁਹਾਨੂੰ ਵੀ ਰਾਜਿਆਂ ਦੇ ਲਈ ਕੋਈ ਥਾਂ ਨਹੀਂ ਹੈਗੀ, ਐਸਸੀ ਤੇ ਐਸਟੀਆਂ ਦੀ ਕੋਈ ਰਾਖਵਾਂਕਰਨ ਨਹੀਂ ਹੈਗਾ ਰਾਜ ਸਭਾ, ਯਾਦ ਰੱਖਿਓ, ਠੀਕ ਹੈ। ਨੈਕਸਟ ਚੱਲਦੇ ਹਾਂ ਅੱਗੇ ਜੀ। ਹੁਣ ਅੱਗੇ ਕੀ ਹੈਗਾ, ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਇਹ ਵੀ ਜਿਹੜਾ ਸਾਡਾ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਗਾ, ਠੀਕ ਹੈ। ਤਾਂ ਰਾਜ ਸਭਾ ਦਾ ਚੇਅਰਮੈਨ ਜਿਹਨੇ ਆਪਣਾ ਵਾਈਸ ਪ੍ਰੈਜ਼ੀਡੈਂਟ ਦੀ ਵੀਡੀਓ ਨਹੀਂ ਦੇਖੀ ਉਹ ਦੇਖ ਸਕਦੇ ਹੋ। ਇਹ ਕੌਣ ਹੁੰਦਾ, ਸਾਡਾ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾ ਜੀ। ਕੌਣ ਹੁੰਦਾ ਜੀ, ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ। ਕਿਹੜੇ ਆਰਟੀਕਲ ਦੇ ਅੰਡਰ ਆ, 64 ਦੇ ਵਿੱਚ। 64 ਦੇ ਅਕੋਰਡਿੰਗ ਹੀ ਜਿਹੜਾ ਸਾਡਾ ਵਾਈਸ ਪ੍ਰੈਜ਼ੀਡੈਂਟ ਇੰਡੀਆ ਉਹ ਸਾਡਾ ਕੀ ਆ, ਰਾਜ ਸਭਾ ਦਾ ਚੇਅਰਮੈਨ ਹੁੰਦਾ ਗਾ। ਉਹਨੂੰ ਸੈਲਰੀ ਵੀ ਰਾਜ ਸਭਾ ਦਾ ਚੇਅਰਮੈਨ ਹੋਣ ਦੇ ਨਾਤੇ ਮਿਲਦੀ ਹੈ, ਨਾ ਕਿ ਰਾਸ਼ਟਰਪਤੀ ਹੋਣ ਦੇ ਨਾਤੇ ਮਿਲਦੀ ਹੈ, ਠੀਕ ਹੈ। ਤੇ ਆਈ ਥਿੰਕ ਸਮਝ ਗਏ ਹੋਣਗੇ। ਅੱਗੇ ਜੀ ਹਾਈਐਸਟ ਮੈਂਬਰ ਆਫ ਰਾਜ ਸਭਾ, ਵੀ ਸਭ ਤੋਂ ਵੱਧ ਰਾਜ ਸਭਾ ਦੇ ਵਿੱਚ ਮੈਂਬਰ ਕਿੱਥੋਂ ਜਾਂਦੇ ਆ ਜੀ, ਯੂਪੀ ਚੋਂ ਜਾਂਦੇ ਆ। ਸਭ ਤੋਂ ਵੱਧ 31 ਮੈਂਬਰ ਆ ਯੂਪੀ ਚੋਂ। ਤੇ ਲੋਕ ਸਭਾ ਦੇ ਵਿੱਚ ਜਿਹੜੇ ਹੈਗੇ ਨੇ ਉੱਥੇ 80 ਆ, ਠੀਕ ਹੈ। ਤੇ ਰਾਜ ਸਭਾ 'ਚ ਕਿੰਨੇ ਆ, ਉੱਥੇ 31। ਤੇ ਵਿਧਾਨ ਸਭਾ ਦੇ ਉੱਥੇ ਆਪਣਾ 402 3 ਨੇ ਜਿਹੜੇ। ਤਾਂ ਕਹਿਣ ਦਾ ਭਾਵ ਕਿ ਸਭ ਤੋਂ ਵੱਧ ਹਾਈਐਸਟ ਤੁਹਾਨੂੰ ਗਿਣਤੀ ਪੁੱਛ ਰਹੇ ਤਾਂ ਯੂਪੀ ਆਏਗਾ। ਤਾਂ ਯਾਦ ਰੱਖਿਓ, ਆਪਾਂ ਸੀਟਾਂ ਵੀ ਯਾਦ ਕਰਾਂਗੇ ਮੈਪ ਦੇ ਉੱਪਰ ਜਾ ਕੇ। ਤਾਂ ਅੱਗੇ ਦੇਖਦੇ ਹਾਂ ਨੈਕਸਟ ਅੱਗੇ ਦੀ। ਅਗਲੇ ਦੇ ਵਿੱਚ ਆਪਾਂ ਦੇਖਦੇ ਹਾਂ ਉਹ ਰਾਜ ਜਿੱਥੇ ਰਾਜ ਸਭਾ ਦੀ ਸਿਰਫ ਇੱਕ ਸੀਟ ਹੈਗੀ, ਜਿੱਥੇ ਰਾਜ ਸਭਾ ਦੀ ਕੇਵਲ ਇੱਕ ਹੀ ਸੀਟ ਆ। ਉਹ ਕਿਹੜੇ ਕਿਹੜੇ ਰਾਜ ਨੇ, ਕਹਿਣ ਦਾ ਭਾਵ ਤੁਹਾਨੂੰ ਪੁੱਛਿਆ ਜਾ ਸਕਦਾ ਵੀ ਸਭ ਤੋਂ ਘੱਟ ਗਿਣਤੀ ਕਿਹੜੇ ਰਾਜਾਂ ਦੇ ਵਿੱਚ ਆ ਜਾਂ ਕਿਹੜੀਆਂ ਯੂਟੀਆਂ ਦੇ ਵਿੱਚ ਆ, ਠੀਕ ਹੈ। ਤਾਂ ਇਹਦਾ ਆਪਾਂ ਇੱਕ ਟ੍ਰਿਕ ਬਣਾਇਆ ਹੋਇਆ, ਵੈਸੇ ਤੁਸੀਂ ਭੁੱਲ ਜਾਂਦੇ ਹੋ ਹੈ ਨਾ। ਆਪਾਂ ਇੱਕ ਟ੍ਰਿਕ ਬਣਾਇਆ ਹੋਇਆ, ਤਮੰਨਾ ਗੋ ਪਾਂਡੇਚਰੀ, ਤਮੰਨਾ ਗੋ ਪਾਂਡੇਚਰੀ। ਯਾਦ ਕੀ ਰੱਖਣਾ ਇੱਥੇ, ਦੇਖੋ ਇੱਥੇ ਨਾ ਆਪਾਂ ਟ੍ਰਿਪਲ M ਲਿਖਣੀ ਹੈ, ਇਹ ਧਿਆਨ ਦਿਓ। ਆਪਾਂ ਤਮੰਨਾ ਤੁਸੀਂ ਕਿਤੇ ਡਬਲ M ਨਾਲ ਲਿਖ ਲਓ ਜਾਂ ਕੱਲੀ M ਨਾਲ ਲਿਖ ਲਓ, ਫਿਰ ਗਲਤ ਹੋ ਜਾਏਗਾ। ਆਪਾਂ ਕੀ ਲਿਖਣਾ, ਤਮੰਨਾ
ਨੂੰ ਜਦੋਂ ਲਿਖਾਂਗੇ ਤਾਂ ਟ੍ਰਿਪਲ ਐਮ ਪਾਉਣੀ ਇਹਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਤਮੰਨਾ ਗੋ ਪੌਂਡੇਚਰੀ, ਠੀਕ ਹੈ। ਇੱਕ ਆਪਾਂ ਹੋਰ ਕਰਾਂਗੇ, ਜਿਹੜਾ ਆ ਇੱਥੇ ਏ ਲਿਖਿਆ ਹੋਇਆ ਏ, ਇਹਨੂੰ ਆਪਾਂ ਐਸ ਦੇ ਵਿੱਚ ਤਬਦੀਲ ਕਰ ਦਾਂਗੇ ਬਾਅਦ ਦੇ ਵਿੱਚ ਜਾ ਕੇ, ਤਾਂ ਆਪਣਾ ਜਿਹੜਾ ਟ੍ਰਿਕ ਆ ਉਹ ਸਹੀ ਆਏਗਾ, ਠੀਕ ਹੈ। ਤਾਂ ਦੇਖੋ ਸਭ ਤੋਂ ਪਹਿਲਾਂ ਹੈਗਾ ਤ੍ਰਿਪੁਰਾ, ਸਭ ਤੋਂ ਪਹਿਲਾ ਸਟੇਟ ਕਿਹੜਾ ਗਾ ਜਿੱਥੇ ਰਾਜ ਸਭਾ ਦੀ ਇੱਕ ਸੀਟ ਆ, ਤ੍ਰਿਪੁਰਾ। ਇੱਧਰ ਤ੍ਰਿਪੁਰਾ ਆ ਪਿਆ ਜੀ, ਠੀਕ ਹੈ। ਕਿਉਂਕਿ ਆਮ ਤੌਰ ਤੇ 7 ਸਿਸਟਰ ਨੇ ਜਿਹੜੀਆਂ ਆਸਮ ਨੂੰ ਛੱਡ ਕੇ ਜ਼ਿਆਦਾਤਰ ਇੱਥੇ ਇੱਕ ਸੀਟਾਂ ਹੀ ਨੇ, ਠੀਕ ਹੈ। ਅਰੁਣਾਚਲ ਪਿਆ, ਇਹ ਪਿਆ, ਇੱਥੇ ਵੀ ਇੱਕ ਸੀਟ ਆ। ਉਸ ਤੋਂ ਬਾਅਦ ਮਿਜ਼ੋਰਮ ਪਿਆ, ਠੀਕ ਹੈ, ਇਹ ਪਿਆ। ਉਸ ਤੋਂ ਬਾਅਦ ਮਨੀਪੁਰ, ਇਹ ਪਿਆ। ਆਪਣਾ ਮੇਘਾਲਿਆ ਆ ਗਿਆ, ਇਹ ਪਿਆ। ਤੇ ਉਸ ਤੋਂ ਬਾਅਦ ਸਿੱਕਮ, ਇਹ ਪਿਆ, ਠੀਕ ਹੈ। ਉਸ ਤੋਂ ਬਾਅਦ ਹੈਗਾ ਗੋਆ। ਗੋਆ ਕਿੱਥੇ ਪਿਆ ਦੇਖੋ ਜੀ, ਗੋਆ ਆਹ ਵਾਲਾ ਗੋਆ, ਠੀਕ ਹੈ। ਗੋਆ ਸਾਡਾ ਰਾਜ ਆ, ਇੱਧਰ ਪਿਆ ਗਾ। ਤੇ ਇੱਕ ਆਪਣਾ ਪਾਂਡੋਚਰੀ ਆ ਪਈ ਆ, ਠੀਕ ਹੈ। ਤਾਂ ਇਸ ਤਰ੍ਹਾਂ ਕਹਿਣ ਦਾ ਭਾਵ ਇਹ ਆਪਾਂ ਯਾਦ ਰੱਖਣੇ ਆ ਕਿਹੜੇ ਕਿਹੜੇ ਸਾਡੇ ਸਟੇਟ ਨੇ ਜਿਹੜਿਆਂ ਦੇ ਵਿੱਚ ਕੇਵਲ ਇੱਕ ਹੀ ਸੀਟ ਆ ਰਾਜ ਸਭਾ ਦੇ। ਬੜੇ ਸੌਖੇ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ। ਆਹ ਪਾਂਡੇਚਰੀ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਆ, ਯਾਦ ਰੱਖਿਓ, ਠੀਕ ਹੈ। ਇਹ ਆਪਾਂ 8 ਜਿਵੇਂ ਇੱਥੇ ਰਾਜ ਲਿਖਤੇ, ਤਾਂ ਇਹ ਜਿਹੜਾ ਹੈਗਾ ਗਾ ਪਾਂਡੇਚਰੀ ਜਿਹੜੀ ਇੱਥੇ ਇੱਕ ਆਪਣੀ ਕੇਂਦਰ ਸ਼ਾਸਿਤ ਪ੍ਰਦੇਸ਼ ਆ। ਇਹਨਾਂ ਦੇ ਜਿਹੜੇ ਟ੍ਰਿਕ ਆ ਰਹੇ ਨੇ ਸਾਰਿਆਂ ਤੇ, ਤਾਂ ਇੱਥੇ ਇਹਨੂੰ ਆਪਾਂ ਕਰ ਦਾਂਗੇ ਇਸ ਤਰ੍ਹਾਂ ਕੇ ਨਾਲ। ਤਾਂ ਇਹ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ ਵੀ ਕਿੱਥੇ ਕਿੱਥੇ ਰਾਜ ਸਭਾ ਦੀ ਸਿਰਫ ਇੱਕ ਸੀਟ ਆ। ਇੱਧਰ ਜਿਹੜੇ ਆਪਣੇ ਸਾਰੇ ਨੇ, ਠੀਕ ਹੈ। ਆਪਣਾ ਸਾਰੇ ਜਿਹੜੇ ਹੈਗੇ ਨੇ, ਨਾਗਾਲੈਂਡ ਵੀ ਇਹਦੇ ਵਿੱਚ ਹੈਗਾ, ਇੱਥੇ ਨਹੀਂ ਲਿਖਿਆ ਹੋਇਆ ਮੈਨੂੰ ਲੱਗਦਾ, ਇੱਥੇ ਖਾ ਨਾਗਾਲੈਂਡ, ਠੀਕ ਹੈ। ਨਾਗਾਲੈਂਡ ਵੀ ਹੈਗਾ, ਇੱਥੇ ਨੋਟ ਕਰ ਲਿਓ ਨਾਗਾਲੈਂਡ, ਇੱਥੇ ਹੈਗਾ ਨਾਗਾਲੈਂਡ। ਨਾਗਾਲੈਂਡ ਦੇ ਵਿੱਚ ਵੀ ਇੱਕ ਹੀ ਸੀਟ ਹੈ ਜਿਹੜੀ ਆ ਪਿਆ ਇੱਥੇ ਨਾਗਾਲੈਂਡ। ਤਾਂ ਕਹਿਣ ਦਾ ਭਾਵ ਆ ਸਾਰਿਆਂ ਤੋਂ ਦੇਖੋ 7 ਸਿਸਟਰ ਦੇ ਵਿੱਚੋਂ ਆਪਾਂ ਇਕੱਲਾ ਅਸਮ ਕੱਢ ਦੇਣਾ। ਇੱਥੇ ਅਸਮ ਕੱਢਤਾ, ਅਸਮ ਦੇ ਵਿੱਚ 7 ਸੀਟਾਂ ਨੇ। ਇੱਥੇ ਕਿੰਨੀਆਂ ਨੇ, 7 ਸੀਟਾਂ ਨੇ ਰਾਜ ਸਭਾ ਦੀਆਂ। ਤੇ ਇੱਕ ਤਾਂ ਜਿਹੜੇ ਆ ਹੋ ਗਏ ਸਾਰੇ, ਇੱਕ ਇੱਥੋਂ ਚੱਕ ਲਿਆ ਆਪਾਂ ਸਿੱਕਮ ਛੋਟਾ ਜਿਹਾ, 2 ਇੱਧਰੋਂ ਹੋ ਗਏ। ਤਾਂ ਕਹਿਣ ਦਾ ਭਾਵ ਜੇ ਇਸ ਤਰੀਕੇ ਨਾਲ ਤੁਸੀਂ ਯਾਦ ਕਰੋਗੇ ਤਾਂ ਤੁਸੀਂ ਕਦੇ ਭੁੱਲਦੇ ਨਹੀਂ। ਇਸੇ ਤਰ੍ਹਾਂ ਆਪਾਂ ਹਰ ਇੱਕ ਸੀਟ ਨੂੰ ਜਿਹੜਾ ਮੈਪ ਦੇ ਉੱਪਰ ਕਨਫਰਮ ਕਰਾਂਗੇ ਜਾ ਕੇ ਅੱਗੇ, ਠੀਕ ਹੈ। ਜਲਦੀ ਉਹਦੀ ਵੀਡੀਓ ਬਣਾ ਰਿਹਾ ਮੈਂ, ਜਿਹੜੇ ਆਪਣੇ ਸੀਟਾਂ ਦੇ ਥੋੜ੍ਹਾ ਇੱਕ ਪੇਪਰ ਦੇ ਵਿੱਚ ਪੁੱਛਿਆ ਜਾਂਦਾ, ਚਾਹੇ ਮਾਸਟਰ ਗੇਟ ਆ ਕੋਈ ਵੀ ਆ। ਤਾਂ ਉਸ ਤੋਂ ਅੱਗੇ ਦੇਖੋ ਜੀ ਆਹ ਵਾਲਾ ਕੀ ਪੁਆਇੰਟ ਆ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਰਾਜ ਸਭਾ ਦੀਆਂ ਸੀਟਾਂ ਦੇ ਆਧਾਰ ਵੰਡ, ਇਹਦਾ ਆਪਾਂ ਕਰ ਚੁੱਕੇ ਹਾਂ। ਪਿੱਛੇ ਵੀ ਜਨਸੰਖਿਆ ਬਣਾਇਆ ਗਿਆ ਵੀ ਇੱਥੇ ਰਾਜ ਸਭਾ ਦੇ ਜਿਹੜੇ ਆਪਾਂ ਮੈਂਬਰ ਭੇਜਦੇ ਹਾਂ ਉਹਨਾਂ ਦਾ ਆਧਾਰ ਕੀ ਬਣਾਇਆ ਗਿਆ, ਜਨਸੰਖਿਆ ਰਾਜ ਦੀ, ਉਹਦੇ ਅਕੋਰਡਿੰਗ ਭੇਜੇ ਜਾਂਦੇ ਆ। ਜਿੱਥੇ ਵੱਧ ਆ ਉੱਥੋਂ ਵੱਧ ਮੈਂਬਰ ਜਾਣਗੇ, ਜਿੱਥੇ ਘੱਟ ਆ ਉੱਥੋਂ ਘੱਟ ਜਾਣਗੇ। ਉਸ ਤੋਂ ਬਾਅਦ ਜਿਹੜੀ ਇਹਦੀ ਐਕਸਕਲੂਸਿਵ ਪਾਵਰ ਆ, ਇੱਕ ਕਿਹੜੀ ਪਾਵਰ ਆ, ਐਕਸਕਲੂਸਿਵ ਪਾਵਰ। ਤਾਂ ਇਹਦੇ ਵਿੱਚ ਕੀ ਹੁੰਦਾ, ਬਹੁਤ ਵਾਰੀ ਪੇਪਰ 'ਚ ਇੱਕ ਕੁਐਸਚਨ ਪੁੱਟ ਕੀਤਾ ਗਿਆ ਵੀ ਰਾਜ ਸਭਾ ਕੋਲੇ, ਕਿਉਂਕਿ ਆਮ ਤੌਰ ਤੇ ਦੇਖਿਆ ਜਾਵੇ ਰਾਜ ਸਭਾ ਇੱਕ ਨਾ ਕੋਈ ਜ਼ਿਆਦਾ ਪਾਵਰਫੁਲ ਹਾਊਸ ਨਹੀਂ ਹੈਗਾ, ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਇਹਦੇ ਬਾਰੇ। ਤੇ ਇੱਥੇ ਕੀ ਹੈਗਾ, ਇਹਦੇ ਕੋਲੇ ਨਾ ਆਲ ਇੰਡੀਅਨ ਸਰਵਿਸ ਹੁੰਦੀਆਂ ਨੇ ਜਿਹੜੀਆਂ ਸਾਡੀਆਂ, ਆਲ ਇੰਡੀਅਨ ਸਰਵਿਸ ਹੁੰਦੀਆਂ ਨੇ, ਜਿਵੇਂ IPS ਹੋ ਗਏ, IAS ਹੋ ਗਏ, IFS ਹੋ ਗਏ, ਠੀਕ ਹੈ। ਤੇ ਇਹਨਾਂ ਦੀਆਂ ਇਹਨਾਂ ਦਾ ਜਿਹੜਾ ਗਠਨ ਦਾ ਅਧਿਕਾਰ ਹੈ, ਇਹਨੂੰ 312 ਆਰਟੀਕਲ ਦੇ ਵਿੱਚ ਇਹ ਕੁਐਸਚਨ ਪੇਪਰ 'ਚ ਆਉਂਦਾ ਹੁੰਦਾ। ਇਹਨੂੰ ਪੰਜਾਬੀ 'ਚ ਬੋਲਦੇ ਆ ਅਖਿਲ ਭਾਰਤੀ ਸੇਵਾਵਾਂ, ਅਖਿਲ ਭਾਰਤੀ ਸੇਵਾਵਾਂ। 312 ਆਰਟੀਕਲ ਦੇ ਥਰੂ ਇਹ ਬਿੱਲ ਪਹਿਲਾਂ ਰਾਜ ਸਭਾ 'ਚ ਜਾਂਦਾ, ਫਿਰ ਲੋਕ ਸਭਾ 'ਚ ਆਏਗਾ। ਇਹ ਵਿਸ਼ੇਸ਼ ਸਹੂਲਤਾਂ ਨੇ ਰਾਜ ਸਭਾ ਕੋਲ, ਇਹਨੂੰ ਵਿਸ਼ੇਸ਼ ਸਹੂਲਤਾਂ ਦੇ ਵਿੱਚ ਕਹਿ ਸਕਦੇ। ਕਹਿਣ ਦਾ ਭਾਵ ਐਕਸਕਲੂਸਿਵ ਪਾਵਰ। ਤਾਂ ਕਹਿਣ ਦਾ ਭਾਵ ਕਿ IPS, IAS, IFS ਇਹਨਾਂ ਸੰਬੰਧੀ ਵਿਸ਼ੇਸ਼ ਅਧਿਕਾਰ ਨੇ ਕਿ ਇਹਨੂੰ ਰਾਜ ਸਭਾ ਨੂੰ ਕਿਹੜੇ ਆਰਟੀਕਲ ਥਰੂ, 312 ਦੇ ਥਰੂ। ਇਹ ਕੁਐਸਚਨ ਮੋਸਟ ਇੰਪੋਰਟੈਂਟ ਆ, ਕਾਫੀ ਵਾਰ ਪੇਪਰ 'ਚ ਪੁੱਟ ਕੀਤਾ ਗਿਆ PTET ਦੇ ਵਿੱਚ, ਠੀਕ ਹੈ, ਯਾਦ ਰੱਖਿਓ। ਨੈਕਸਟ ਆਪਾਂ ਦੇਖਦੇ ਹਾਂ ਅੱਗੇ ਰਾਜ ਸਭਾ ਬਾਰੇ, ਠੀਕ ਹੈ। ਅਗਲੇ ਦੇ ਵਿੱਚ ਕੀ ਹੈਗਾ, ਦੇਖੋ ਕਈ ਬਿੱਲ ਹੁੰਦੇ ਨੇ, ਤੁਹਾਨੂੰ ਪਤਾ ਵੀ ਰਾਜ ਸਭਾ ਦੇ ਵਿੱਚ ਆਪਣਾ ਲੋਕ ਸਭਾ 'ਚ ਪਹਿਲਾਂ ਪੇਸ਼ ਕੀਤੇ ਜਾਂਦੇ ਆ, ਠੀਕ ਹੈ। ਕਈ ਰਾਜ ਸਭਾ 'ਚ ਆਮ ਤੌਰ 'ਤੇ ਜਿਹੜੇ ਬਿੱਲ ਨੇ ਪਹਿਲਾਂ ਲੋਕ ਸਭਾ 'ਚ ਪੇਸ਼ ਕੀਤੇ ਜਾਂਦੇ ਆ, ਠੀਕ ਹੈ। ਪਰ ਇਹ 3 ਬਿੱਲ ਹੀ ਨੇ ਜਿਹੜੇ ਪਹਿਲਾਂ ਲੋਕ ਸਭਾ 'ਚ ਆਪਾਂ ਪੇਸ਼ ਕਰਦੇ ਹਾਂ। ਇੱਕ ਤਾਂ ਮਨੀ ਬਿੱਲ ਹੋ ਗਿਆ, ਫਾਈਨਾਂਸ ਬਿੱਲ ਜਿਹਨੂੰ, ਠੀਕ ਹੈ। ਤੇ ਇੱਕ ਹੋ ਗਿਆ ਬਜਟ। ਇਹ ਬਾਕੀ ਜਿੱਧਰ ਮਰਜ਼ੀ ਪੇਸ਼ ਕਰ ਦੋ, ਕੋਈ ਫੰਡਾ ਨਹੀਂ ਹੁੰਦਾ। ਤਾਂ ਆਪਾਂ ਇੱਥੇ ਦੇਖਦੇ ਹਾਂ ਧਨ ਬਿੱਲ ਦੇ ਸੰਬੰਧ ਵਿੱਚ ਰਾਜ ਸਭਾ ਨੂੰ ਸਿਰਫ ਕੀ ਆ, ਸਿਫਾਰਸ਼ ਕਰਨ ਦਾ ਅਧਿਕਾਰ ਆ। ਸਿਫਾਰਸ਼ ਕਰ ਸਕਦੀ ਆ ਉਹ, ਇਹਦੇ ਵਿੱਚ ਕੋਈ ਬਦਲਾਅ ਨਹੀਂ ਕਰ ਸਕਦੀ, ਠੀਕ ਹੈ। ਮੰਨ ਲਓ ਇੱਧਰੋਂ ਆਪਣਾ ਲੋਕ ਸਭਾ ਹਾਊਸ ਆ, ਇੱਧਰ ਆਪਣਾ ਰਾਜ ਸਭਾ। ਲੋਕ ਸਭਾ ਨੇ ਕੋਈ ਬਿੱਲ, ਮਨੀ ਬਿੱਲ ਪਾਸ ਕਰਕੇ ਰਾਜ ਸਭਾ 'ਚ ਭੇਜਤਾ, ਤਾਂ ਰਾਜ ਸਭਾ ਕੋਲ ਕਿੰਨੇ ਦਿਨ ਦਾ ਸਮਾਂ, ਇੱਥੇ ਸਿਰਫ 14 ਦਿਨ ਦਾ ਸਮਾਂ ਗਾ ਜੀ। ਕਿੰਨੇ ਦਿਨ ਦਾ ਸਮਾਂ ਗਾ, 14 ਦਿਨ ਦਾ। ਤਾਂ 14 ਦਿਨ ਦੇ ਅੰਦਰ ਅੰਦਰ ਜੇਕਰ ਰਾਜ ਸਭਾ ਨੇ ਕੋਈ ਇੱਥੇ ਡਿਸੀਜਨ ਨਾ ਲਿਆ ਤਾਂ ਕੀ ਆ, ਫਿਰ ਵੀ ਬਿੱਲ ਪਾਸ ਸਮਝਿਆ ਜਾਊਗਾ। ਤੇ ਅਦਰਵਾਈਜ਼ ਨਹੀਂ ਦਸਤਖਤ ਕਰਦੀ, ਕੁਝ ਨਹੀਂ ਕਰਦੀ, ਤਾਂ ਵੀ ਇਹ ਬਿੱਲ ਪਾਸ ਸਮਝਿਆ ਜਾਂਦਾ ਗਾ। ਪਰ ਇੱਕ ਵਾਰੀ ਕੀ ਹੋਇਆ ਸੀ 1977 ਦੇ ਵਿੱਚ, ਕੀ ਕੀਤਾ ਸੀਗਾ 1977 ਵਿੱਚ ਰਾਜ ਸਭਾ ਨੇ ਇੱਕ ਬਿੱਲ ਤੇ ਨਾ ਉਹਦੇ ਵਿੱਚ 6 ਸੋਧਾਂ ਕਰਤੀਆਂ, ਤੇ ਪਰ ਲੋਕ ਸਭਾ ਨੇ ਉਹ ਬਾਅਦ ਦੇ ਵਿੱਚ ਮੰਨੀਆਂ ਨਹੀਂ। ਤਾਂ ਲੋਕ ਸਭਾ ਨੇ ਆਪਣੀ ਮਰਜ਼ੀ ਨਾਲ ਹੀ ਬਿੱਲ ਪਾਸ ਕੀਤਾ। ਕਹਿਣ ਦਾ ਭਾਵ ਜ਼ਿਆਦਾ ਪਾਵਰਾਂ ਕਿਹਦੇ ਕੋਲੇ ਹੁੰਦੀਆਂ ਨੇ, ਲੋਕ ਸਭਾ ਕੋਲੇ। ਇਹਨੂੰ ਤਾਂ ਸਿਰਫ ਸਿਫਾਰਸ਼ ਕਰਨ ਦਾ ਅਧਿਕਾਰ ਆ, ਉਹ ਉਹਨੇ ਦੇਖਣਾ ਲੋਕ ਸਭਾ ਨੇ ਉਹਨੇ ਉਹ ਸਿਫਾਰਸ਼ ਮੰਨਣੀ ਆ ਜਾਂ ਨਹੀਂ ਮੰਨਣੀ, ਠੀਕ ਹੈ। ਇਹ ਪੁਆਇੰਟ ਤੁਸੀਂ ਨੋਟ ਕਰ ਸਕਦੇ ਹੋ, ਠੀਕ ਹੈ, ਬਹੁਤ ਇੰਪੋਰਟੈਂਟ ਪੁਆਇੰਟ ਆ। ਜਿਹੜਾ ਆਮ ਬਿੱਲ ਹੁੰਦੇ ਨੇ ਉੱਥੇ ਵੀ ਇੱਥੇ ਨਹੀਂ ਲਿਖਿਆ ਹੋਇਆ, ਜਿਹੜੇ ਸਾਡੇ ਆਰਡੀਨਰੀ ਸਧਾਰਨ ਬਿੱਲ ਹੁੰਦੇ ਨੇ ਉਹਨਾਂ ਲਈ ਇਹਦੇ ਕੋਲੇ ਸਮਾਂ ਹੁੰਦਾ 6 ਮੰਥ ਆ। ਜਿਹੜੇ ਸਾਡੇ ਸਧਾਰਨ ਬਿੱਲ
ਲੋਕ ਸਭਾ 'ਚ ਪਾਸ ਹੋ ਕੇ ਰਾਜ ਸਭਾ ਕੋਲੇ ਜਾਂਦੇ ਨੇ ਸਧਾਰਨ ਬਿੱਲਾਂ ਲਈ ਸਮਾਂ ਹੁੰਦਾ ਗਾ 6 ਮੰਥ ਆ। ਇੱਥੇ ਨਹੀਂ ਲਿਖਿਆ ਤਾਂ ਲਿਖ ਸਕਦੇ ਹੋ 6 ਮੰਥ 6 ਮਹੀਨੇ। ਉਸ ਬਿੱਲਾਂ ਦੇ ਉੱਪਰ ਇਹ 6 ਮਹੀਨੇ ਦਾ ਟਾਈਮ ਇਹਨੂੰ ਦਿੱਤਾ ਜਾਂਦਾ। ਮਨੀ ਬਿੱਲ ਤੇ ਕਿੰਨੇ ਦਿਨ ਦਾ ਸਮਾਂ ਹੁੰਦਾ ਗਾ 14 ਦਿਨ ਦਾ ਓਨਲੀ। ਜਿਹੜੇ ਸਾਡੇ ਆਰਡੀਨਰੀ ਬਿੱਲ ਹੁੰਦੇ ਆ ਸਧਾਰਨ ਬਿੱਲ ਹੁੰਦੇ ਆ ਉਹਨਾਂ ਲਈ ਸਮਾਂ ਹੁੰਦਾ ਗਾ 6 ਮੰਥ ਦਾ। ਠੀਕ ਹੈ, ਇਹ ਕਾਫੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਆ। ਅੱਗੇ ਦੇਖਦੇ ਹਾਂ ਆਪਾਂ ਰਾਸ਼ਟਰਪਤੀ ਸਾਲ ਦੇ ਵਿੱਚ ਇਹਦੀਆਂ ਬੈਠਕਾਂ ਕਿੰਨੇ ਵਾਰ ਬੁਲਾਉਂਦਾ ਗਾ। ਆਪਾਂ ਬੇਸ਼ੱਕ ਪਹਿਲਾਂ ਵੀ ਕਰ ਚੁੱਕੇ ਹਾਂ ਵੀ 2 ਵਾਰ ਹੀ ਲੋਕ ਸਭਾ ਦੀਆਂ ਬੈਠਕਾਂ ਹੁੰਦੀਆਂ ਨੇ ਤੇ 2 ਵਾਰੀ ਰਾਜ ਸਭਾ ਦੀਆਂ। ਬਟ ਕੀ ਹੁੰਦਾ ਗਾ ਐਮਰਜੈਂਸੀ ਬੈਠਕ ਵੀ ਬੁਲਾਈ ਜਾ ਸਕਦੀ ਹੈ, ਕੋਈ ਜ਼ਰੂਰੀ ਨਹੀਂ ਵੀ ਨਹੀਂ ਬੁਲਾਈ ਜਾ ਸਕਦੀ, ਬੁਲਾਈ ਜਾ ਸਕਦੀ ਆ। ਤੇ ਇੱਕ ਕੀ ਹੁੰਦਾ ਗਾ ਬੈਠਕਾਂ ਦੇ ਵਿੱਚ ਜਿਹੜਾ ਅੰਤਰਾਲ ਹੁੰਦਾ ਗੈਪ, ਠੀਕ ਆ, ਉਹ ਕਿੰਨਾ ਹੋਣਾ ਚਾਹੀਦਾ ਜੀ ਕਿ 6 ਮੰਥ ਦਾ। 6 ਮੰਥ ਦਾ ਗੈਪ ਹੁੰਦਾ ਗਾ। ਜੇਕਰ 2 ਬੈਠਕਾਂ ਹੋ ਰਹੀਆਂ ਨੇ ਤਾਂ ਇੱਕ ਸੈਸ਼ਨ ਤੋਂ ਦੂਜੇ ਸੈਸ਼ਨ ਦੇ ਵਿੱਚ 6 ਮਹੀਨੇ ਦਾ ਗੈਪ ਹੋਊਗਾ। ਕਾਫੀ ਵਾਰੀ ਕੁਐਸਚਨ ਇਹ ਪੁੱਟ ਕੀਤਾ ਜਾਂਦਾ ਗਾ ਵੀ ਪਾਰਲੀਮੈਂਟ ਦੇ ਜਾਂ ਸੈਸ਼ਨਾਂ ਦੇ ਵਿੱਚ ਕਿੰਨਾ ਗੈਪ ਹੋਣਾ ਚਾਹੀਦਾ। ਠੀਕ ਹੈ, ਇੱਦਾਂ ਵੀ ਕੁਐਸਚਨ ਪੁੱਟ ਕੀਤਾ ਕਰ ਦਿੰਦੇ ਇਹਨੂੰ। ਠੀਕ ਹੈ, ਨੈਕਸਟ ਕੀ ਆ ਇੱਕ ਆਪਾਂ ਕੀਤਾ ਸੀਗਾ ਲੋਕ ਸਭਾ ਕਦੋਂ ਐਸਟੈਬਲਿਸ਼ ਹੋਈ ਸੀ, ਵੀ ਜਿਹੜੀ ਸਾਡੀ ਲੋਕ ਸਭਾ ਬਣੀ ਕਦੋਂ ਸੀ। ਉਹ ਬਣੀ ਸੀਗੀ 17 ਅਪ੍ਰੈਲ 1952 ਨੂੰ। ਤਾਂ ਜਿਹੜੀ ਸਾਡੀ ਰਾਜ ਸਭਾ ਬਣੀ ਆ ਇਹਦਾ ਜਿਹੜਾ ਗਠਨ ਹੋਇਆ ਗਾ, ਇੱਥੇ ਰਾਜ ਸਭਾ ਸੌਰੀ ਕਾਲ ਲਿਖਿਆ ਪਿਆ, ਠੀਕ ਹੈ, ਰਾਜ ਸਭਾ, ਇਹਦਾ ਜਿਹੜਾ ਗਠਨ ਹੋਇਆ 3 ਅਪ੍ਰੈਲ 1952 ਨੂੰ। 3 ਅਪ੍ਰੈਲ 1952 ਨੂੰ। ਬਟ ਮੀਟਿੰਗਾਂ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਕਿ ਸੇਮ ਟਾਈਮ ਹੋਈਆਂ ਨੇ 13 ਮਈ 1952 ਨੂੰ। ਇੱਥੇ ਵੀ 13 ਮਈ ਆ ਤੇ ਲੋਕ ਸਭਾ ਦੀ ਵੀ ਜਿਹੜੀ ਫਸਟ ਮੀਟਿੰਗ ਹੋਈ ਸੀ 13 ਮਈ ਨੂੰ ਹੋਈ। ਠੀਕ ਆ, ਬਸ ਜਿਹੜੀ ਸਾਡੀ ਐਸਟੈਬਲਿਸ਼ ਹੋਈ ਆ ਉਹਦੇ ਵਿੱਚ ਫਰਕ ਹੈਗਾ। ਇੱਥੇ 3 ਅਪ੍ਰੈਲ ਆ, ਉੱਥੇ ਕਿੰਨੀ ਆ 17 ਅਪ੍ਰੈਲ। ਠੀਕ ਹੈ, ਥੋੜਾ ਜਿਹਾ ਯਾਦ ਰੱਖੋਗੇ ਆਪਣਾ ਕੰਪੇਅਰ ਕਰਕੇ ਤਾਂ ਬਹੁਤ ਸੌਖੇ ਤਰੀਕੇ ਨਾਲ ਯਾਦ ਰਹੇਗਾ। ਉਸ ਤੋਂ ਬਾਅਦ ਕੀ ਹੈਗਾ ਤੁਹਾਨੂੰ ਪਤਾ ਹੋਵੇ, ਆਪਾਂ ਅੱਗੇ ਜਾ ਕੇ ਪ੍ਰੈਜ਼ੀਡੈਂਟ ਟੌਪਿਕ ਕਰਾਂਗੇ। ਪ੍ਰੈਜ਼ੀਡੈਂਟ ਹੈ ਜਿਹੜਾ ਦੋਵਾਂ ਹਾਊਸਾਂ 'ਚੋਂ ਚੁਣਿਆ ਜਾ ਸਕਦਾ ਗਾ, ਲੋਕ ਸਭਾ ਦੇ ਵਿੱਚੋਂ ਵੀ ਤੇ ਰਾਜ ਸਭਾ ਦੇ ਵਿੱਚੋਂ ਵੀ। ਹੁਣ ਆਪਾਂ ਇਹ ਯਾਦ ਰੱਖਣਾ, ਪਰ ਇੱਥੇ 2 ਕੁਐਸਚਨ ਬਣਦਾ, ਤੁਹਾਨੂੰ ਦੱਸ ਦੇਣਾ ਮੈਂ। ਇੱਕ ਤਾਂ ਬਣਦਾ ਹੁੰਦਾ ਜੇਕਰ ਤੁਹਾਨੂੰ ਕੋਈ ਕੁਐਸਚਨ ਪੁੱਟ ਕਰ ਲੇ ਵੀ ਜਿਹੜਾ ਸਾਡਾ PM ਆ ਉਹ ਕਿਹੜੇ ਹਾਊਸ 'ਚੋਂ ਚੁਣਿਆ ਜਾਵੇਗਾ, ਫਿਰ ਤਾਂ ਆਏਗਾ ਆਨਸਰ ਉਹਦਾ ਬੋਥ, ਵੀ ਲੋਕ ਸਭਾ ਦੇ ਵਿੱਚੋਂ ਵੀ ਚੁਣਿਆ ਜਾ ਸਕਦਾ ਤੇ ਰਾਜ ਸਭਾ 'ਚੋਂ ਵੀ ਚੁਣਿਆ ਜਾ ਸਕਦਾ। ਬਟ ਕਈ ਵਾਰੀ ਕੀ ਹੁੰਦਾ ਗਾ ਐਗਜ਼ਾਮੀਨਰ ਪਾ ਦੇਗਾ ਵੀ ਮੋਸਟਲੀ ਜਿਹੜਾ ਸਾਡਾ PM ਕਿਹੜੇ ਹਾਊਸ 'ਚੋਂ ਚੁਣਿਆ ਜਾਵੇਗਾ। ਮੋਸਟਲੀ ਹੁੰਦਾ ਵੀ ਜ਼ਿਆਦਾਤਰ, ਤਾਂ ਜ਼ਿਆਦਾਤਰ ਕਿਹੜੇ ਹਾਊਸ 'ਚੋਂ ਚੁਣਿਆ ਜਾਵੇਗਾ ਲੋਕ ਸਭਾ ਦੇ ਵਿੱਚੋਂ। ਕਿਉਂਕਿ ਹੁਣ ਤੱਕ ਜਿਹੜੇ ਆਪਣੇ 14-15 ਦੇ ਲਗਭਗ ਜਿਹੜੇ ਸਾਡੇ PM ਨੇ ਉਹਨਾਂ ਦੇ ਵਿੱਚੋਂ ਸਿਰਫ 4 ਜਿਹੜੇ PM ਨੇ ਉਹ ਰਾਜ ਸਭਾ 'ਚੋਂ ਬਣੇ ਹੋਏ ਨੇ। ਉਹ ਕਿਹੜੇ ਬਣੇ ਹੋਏ ਨੇ ਇਹ ਤੁਸੀਂ ਯਾਦ ਰੱਖਣੇ ਨੇ। ਕਈ ਵਾਰੀ ਐਗਜ਼ਾਮੀਨਰ ਪਾ ਦਿੰਦਾ ਵੀ ਹੇਠ ਲਿਖਿਆ ਵਿੱਚੋਂ ਕਿਹੜਾ ਜਿਹੜਾ ਸਾਡਾ PM ਆ ਜਿਹੜਾ ਰਾਜ ਸਭਾ 'ਚੋਂ ਨਹੀਂ ਬਣਿਆ ਜਾਂ ਬਣਿਆਗਾ। ਤਾਂ ਆਪਾਂ ਦੇਖਦੇ ਸਭ ਤੋਂ ਪਹਿਲਾਂ ਕਿ HD ਦੇਵਗੌੜਾ, ਫਿਰ ਹੈਗਾ ਇੰਦਰ ਕੁਮਾਰ ਗੁਜਰਾਲ, ਫਿਰ ਹੈਗਾ ਇੰਦਰਾ ਗਾਂਧੀ, ਫਿਰ ਡਾਕਟਰ ਮਨਮੋਹਨ ਸਿੰਘ। ਠੀਕ ਹੈ, ਕੋਈ ਟ੍ਰਿਕ ਬਣਾ ਸਕਦੇ ਹੋ ਇਹਦਾ ਵੀ 2 ਤਾਂ II ਹੋ ਗਏ। ਠੀਕ ਹੈ, ਤੇ ਦੇਵਗੌੜਾ ਤੇ ਡਾਕਟਰ ਮਨਮੋਹਨ ਸਿੰਘ ਦਾ ਇਹਨਾਂ ਵਿੱਚੋਂ ਸਭ ਤੋਂ ਲੰਮਾ ਕਾਰਜਕਾਲ ਸੀ। ਸਭ ਤੋਂ ਲੰਮਾ ਤਾਂ ਮਤਲਬ ਇਹ ਨਹੀਂ ਵੀ ਸਭ ਤੋਂ ਲੰਮਾ ਕਾਰਜਕਾਲ PM ਦੇ ਵਿੱਚੋਂ ਲੰਮਾ ਤਾਂ ਤੁਹਾਨੂੰ ਮੈਂ ਦੱਸ ਚੁੱਕਿਆ ਵੀ ਜਵਾਹਰ ਲਾਲ ਨਹਿਰੂ ਦਾ ਸੀਗਾ। ਇਹ ਕਹਿੰਦਾ ਵਾ ਰਾਜ ਸਭਾ 'ਚੋਂ ਬਣਨ ਵਾਲਿਆਂ ਦਾ ਸਭ ਤੋਂ ਲੰਮਾ ਕਾਰਜਕਾਲ ਸੀ ਜਿਹੜੇ 2004 ਤੋਂ ਲੈ ਕੇ 2014 ਤੱਕ ਰਹਿਣਗੇ। ਜੇ ਕੋਈ ਪੁੱਛ ਲੇ ਵੀ ਰਾਜ ਸਭਾ ਦੇ ਵਿੱਚੋਂ ਬਣਨ ਵਾਲੇ ਪ੍ਰਧਾਨ ਮੰਤਰੀ ਦੇ ਵਿੱਚੋਂ ਸਭ ਤੋਂ ਲੰਮਾ ਕਾਰਜਕਾਲ ਕਿਹਦਾ ਸੀ ਤਾਂ ਡਾਕਟਰ ਮਨਮੋਹਨ ਸਿੰਘ ਦਾ ਆਊਗਾ। ਜੇਕਰ ਵੈਸੇ ਕੋਈ ਪੁੱਛ ਲੈਂਦਾ ਫਿਰ ਆਊਗਾ ਡਾਕਟਰ ਆਪਣਾ ਜਵਾਹਰ ਲਾਲ ਨਹਿਰੂ ਦਾ। ਠੀਕ ਹੈ, ਤਾਂ ਇਹ ਪੁਆਇੰਟ ਤੁਸੀਂ ਯਾਦ ਰੱਖਣਾ। ਤੇ ਟ੍ਰਿਕ ਵੀ ਲਿਖਿਆ ਇੰਦਰਦੇਵ ਗੁੰਮ ਹੋ ਗਏ। ਠੀਕ ਹੈ, ਤਾਂ ਇਸ ਨੂੰ ਇੰਦਰਦੇਵ ਗੁੰਮ ਹੋ ਗਏ ਟ੍ਰਿਕ ਯਾਦ ਰੱਖ ਲਓ ਤੁਸੀਂ ਸੌਖਾ, ਇੰਦਰਦੇਵ ਗੁੰਮ ਹੋ ਗਏ। ਠੀਕ ਹੈ, ਤਾਂ ਇਹ ਵੀ ਇਸ ਤਰੀਕੇ ਨਾਲ ਵੀ ਯਾਦ ਰੱਖ ਸਕਦੇ ਹੋ। ਤਾਂ ਨੈਕਸਟ ਆਪਾਂ ਦੇਖਦੇ ਹਾਂ ਅੱਗੇ। ਅਗਲਾ ਕੀ ਆ ਦੇਖੋ ਜੀ, ਇੱਥੋਂ ਦੇ ਕਰੰਟਲੀ ਕੁਐਸਚਨ ਪੁੱਟ ਕੀਤੇ ਜਾਂਦੇ ਆ ਜਿਵੇਂ ਆਪਾਂ ਲੋਕ ਸਭਾ 'ਚ ਕੀਤੇ ਸੀ ਵੀ ਲੋਕ ਸਭਾ ਦਾ ਜਿਹੜਾ ਪ੍ਰੈਜ਼ੈਂਟਲੀ ਸਪੀਕਰ ਕਿਹੜਾ ਗਾ। ਠੀਕ ਹੈ, ਇਸ ਤਰ੍ਹਾਂ ਦੇ ਕੁਐਸਚਨ। ਤਾਂ ਇੱਥੇ ਕੀ ਪੁੱਟ ਕੀਤੇ ਜਾ ਸਕਦੇ ਤੁਹਾਨੂੰ ਕੁਐਸਚਨ ਵੀ ਰਾਜ ਸਭਾ ਦੀ ਪਹਿਲੀ ਮਹਿਲਾ ਸੈਕਟਰੀ ਕਿਹੜੀ ਸੀ। ਪਹਿਲਾਂ ਤਾਂ ਪਹਿਲੀ ਮਹਿਲਾ ਸੈਕਟਰੀ VS ਰਮਾ ਦੇਵੀ, ਇਹ ਪਹਿਲੀ ਮਹਿਲਾ ਸੈਕਟਰੀ ਸੀ, ਯਾਦ ਰੱਖਿਓ ਰਾਜ ਸਭਾ ਦੀ। ਉਸ ਤੋਂ ਬਾਅਦ ਵਰਤਮਾਨ ਕੌਣ ਆ, ਹੁਣ ਜਿਹੜਾ ਸਾਡਾ ਵਰਤਮਾਨ ਸੈਕਟਰੀ ਆ ਰਾਜ ਸਭਾ ਦਾ ਕੌਣ ਆ, ਦੇਸ਼ਦੀਪਕ ਵਰਮਾ ਜਿਹੜਾ 1 ਸਤੰਬਰ 2017 ਨੂੰ ਇਲੈਕਟ ਕੀਤਾ ਗਿਆ। ਠੀਕ ਹੈ, ਇਹ ਵੀ ਪੁਆਇੰਟ ਬਹੁਤ ਇੰਪੋਰਟੈਂਟ ਆ। ਉਸ ਤੋਂ ਬਾਅਦ ਫਸਟ ਚੇਅਰਮੈਨ ਆਫ ਰਾਜ ਸਭਾ, ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ ਗਾ। ਜੇ ਤੁਹਾਡੇ ਮਾਈਂਡ ਦੇ ਵਿੱਚ ਆ ਤੁਹਾਨੂੰ ਪਤਾ ਲੱਗ ਜੂਗਾ ਵੀ ਯਾਰ ਵਾਈਸ ਪ੍ਰੈਜ਼ੀਡੈਂਟ ਹੁੰਦਾ ਗਾ। ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਜਿਹੜਾ ਸਾਡਾ ਫਸਟ ਵਾਈਸ ਪ੍ਰੈਜ਼ੀਡੈਂਟ ਕੌਣ ਸੀਗਾ, ਤਾਂ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ ਸੀ, ਤਾਂ ਯਾਦ ਰੱਖ ਸਕਦੇ ਹੋ। ਠੀਕ ਹੈ, ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ। ਉਸ ਤੋਂ ਬਾਅਦ ਕੀ ਆ ਜੇ ਡਿਪਟੀ ਚੇਅਰਮੈਨ ਪੁੱਛ ਲੈਣ ਡਿਪਟੀ, ਤਾਂ ਇਹ ਕ੍ਰਿਸ਼ਨ ਮੂਰਤੀ ਰਾਓ ਸੀਗਾ। ਠੀਕ ਆ, ਆਈ ਥਿੰਕ ਉੱਪਰ ਲਿਖਿਆ ਹੋਵੇ ਅੱਗੇ ਜਾ ਕੇ ਕ੍ਰਿਸ਼ਨ ਮੂਰਤੀ ਰਾਓ। ਦੇਖੋ ਕਿਵੇਂ ਯਾਦ ਰੱਖਣਾ, ਦੋਨੇ ਕ੍ਰਿਸ਼ਨ ਨੇ। ਪਹਿਲਾਂ ਸਾਡਾ ਚੇਅਰਮੈਨ ਵੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨ ਸੀ ਤੇ ਡਿਪਟੀ ਚੇਅਰਮੈਨ ਕੌਣ ਹੋ ਗਿਆ, ਕ੍ਰਿਸ਼ਨ ਮੂਰਤੀ ਰਾਓ। ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਪੁੱਛ ਲੈਂਦਾ ਵੀ ਰਾਜ ਸਭਾ ਦਾ ਜਿਹੜਾ ਲੀਡਰ ਆ ਉਹ ਕੌਣ ਹੈਗਾ। ਸਾਡਾ ਜਿਹੜਾ ਰਾਜ ਸਭਾ ਦਾ ਲੀਡਰ ਆ ਉਹ ਹੈਗਾ ਥਾਵਰ ਚੰਦ ਗਹਿਲੋਤ। ਠੀਕ ਹੈ, ਇਹ ਵੀ ਯਾਦ ਰੱਖਣਾ
ਜਿਹੜਾ ਸਾਡਾ ਗਹਿਲੋਤ ਯਾਦ ਰੱਖਿਓ ਵੀ ਇਹ ਸਾਡਾ ਰਾਜ ਸਭਾ ਦਾ ਲੀਡਰ ਆ, ਜਿਵੇਂ ਉੱਧਰ ਇੱਕ ਲੋਕ ਸਭਾ ਦਾ ਨੇਤਾ ਆਪਾਂ ਕਹਿੰਦੇ ਆ ਤੇ ਇੱਧਰ ਵੀ ਲੀਡਰ ਹੁੰਦਾ ਗਾ ਇੰਤਬਾਹ, ਠੀਕ ਹੈ। ਇਹ ਕੌਣ ਹੈਗਾ? ਥਾਵਰ ਚੰਦ ਗਹਿਲੋਤ, ਜਿਹੜਾ ਕਿ 11 ਜੂਨ 2019 ਨੂੰ ਇਲੈਕਟ ਕੀਤਾ ਗਿਆ ਸੀਗਾ, ਠੀਕ ਹੈ। ਕਾਫੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਨੇ ਜੀ ਇਹ, ਠੀਕ ਹੈ। ਨੈਕਸਟ ਦੇਖਦੇ ਹਾਂ ਅੱਗੇ ਕੀ ਹੈਗਾ, ਜਿਹੜਾ ਸਾਡਾ ਫਸਟ ਡਿਪਟੀ ਚੇਅਰਮੈਨ ਆਈ ਗਿਆ ਅੱਗੇ, ਜਿਹੜਾ ਆਪਾਂ ਗੱਲ ਕਰਦੇ ਸੀਗੇ ਵੀ ਫਸਟ ਡਿਪਟੀ ਚੇਅਰਮੈਨ ਕੌਣ ਸੀਗਾ, ਠੀਕ ਹੈ। ਦੱਸ ਚੁੱਕਿਆ ਮੈਂ ਵੀ ਇਹ ਵੀ ਮੂਰਤੀ ਕ੍ਰਿਸ਼ਨ ਸੀਗਾ, ਕ੍ਰਿਸ਼ਨ, ਤਾਂ ਇਸ ਤਰੀਕੇ ਨਾਲ ਯਾਦ ਰੱਖੋਗੇ। ਤੇ ਜਿਹੜਾ ਸਾਡਾ ਪ੍ਰੈਜ਼ੈਂਟ ਡਿਪਟੀ ਚੇਅਰਮੈਨ ਆ, ਹੁਣ ਪ੍ਰੈਜ਼ੈਂਟ ਡਿਪਟੀ ਚੇਅਰਮੈਨ, ਤੁਸੀਂ ਸੋਚੋਗੇ ਡਿਪਟੀ, ਹੁਣ ਇਹਨਾਂ ਨੇ ਚੇਅਰਮੈਨ ਕਿਉਂ ਨਹੀਂ ਲਿਖਿਆ? ਚੇਅਰਮੈਨ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕੌਣ ਆ, ਠੀਕ ਹੈ। ਕਮੈਂਟ ਬਾਕਸ ਦੇ ਵਿੱਚ ਆਨਸਰ ਦਿਓ ਵੀ ਸਾਡਾ ਪ੍ਰੈਜ਼ੈਂਟ ਜਿਹੜਾ ਸਾਡਾ ਚੇਅਰਮੈਨ ਆ ਰਾਜ ਸਭਾ ਦਾ ਕੌਣ ਆ। ਕਿੰਨਿਆਂ ਨੂੰ ਆਨਸਰ ਪਤਾ? ਪਲੀਜ਼ ਇਹਦਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਆਨਸਰ ਦਿਓ, ਠੀਕ ਹੈ। ਤੇ ਹੁਣ ਪ੍ਰੈਜ਼ੈਂਟ ਡਿਪਟੀ ਚੇਅਰਮੈਨ ਕੌਣ ਆ ਸਾਡਾ? ਹਰਵੰਸ ਨਾਰਾਇਣ। ਕੌਣ ਆ ਜੀ? ਹਰਵੰਸ ਨਾਰਾਇਣ। ਤਾਂ ਇਹ ਯਾਦ ਰੱਖਣਾ, ਕਾਫੀ ਜ਼ਿਆਦਾ ਇੰਪੋਰਟੈਂਟ ਆ। ਇੱਕ ਕੀ ਆ, ਰਾਜ ਸਭਾ ਦਾ ਜਿਹੜਾ ਸਾਡਾ ਸਭਾਪਤੀ ਹੁੰਦਾ ਗਾ, ਇਹਦੀ ਚੋਣ ਕਿਹੜੇ ਆਰਟੀਕਲ ਥਰੂ ਹੁੰਦੀ ਆ? 89। ਸਭਾਪਤੀ ਜਾਂ ਡਿਪਟੀ ਸਭਾਪਤੀ ਦੀ ਜਿਹੜੀ ਚੋਣ ਹੁੰਦੀ ਆ ਉਹ 89 ਆਰਟੀਕਲ ਦੇ ਥਰੂ ਹੁੰਦੀ ਆ। ਤਾਂ ਇਹ ਪੁਆਇੰਟ ਵੀ ਤੁਸੀਂ ਕਾਫੀ ਜ਼ਿਆਦਾ ਜਿਹੜੇ ਤੁਹਾਡੇ ਲਈ ਇੰਪੋਰਟੈਂਟ ਨੇ, ਜਿਹੜੇ ਕਿ ਪੇਪਰਾਂ 'ਚ ਵਾਰ-ਵਾਰ ਰਿਪੀਟ ਹੋ ਰਹੇ ਨੇ ਇਹ ਪੁਆਇੰਟ, ਠੀਕ ਹੈ। ਅੱਗੇ ਦੇਖਦੇ ਹਾਂ ਆਪਾਂ ਰਾਜ ਸਭਾ ਦੇ ਵਿੱਚ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੁੰਦਾ ਗਾ, ਚਾਹੇ ਉਹ ਲੋਕ ਸਭਾ ਦੇ ਵਿੱਚ ਹੋਵੇ ਚਾਹੇ ਉਹ ਰਾਜ ਸਭਾ ਦੇ ਵਿੱਚ ਹੋਵੇ, ਉਹਨੂੰ ਸਾਰੀਆਂ ਸਹੂਲਤਾਂ ਕਿਹੜੀਆਂ ਮਿਲ ਜਾਂਦੀਆਂ ਨੇ? ਕੈਬਨਿਟ ਰੈਂਕ ਦੀਆਂ। ਕੈਬਨਿਟ, ਜਿਵੇਂ ਸਾਡੇ ਕੈਬਨਿਟ ਮੰਤਰੀ ਆ ਉਹੀ ਰੈਂਕ ਮਿਲਦਾ ਹੁੰਦਾ, ਚਾਹੇ ਕੋਈ ਰਾਜ ਸਭਾ ਦਾ ਵਿਰੋਧੀ ਧਿਰ ਦਾ ਨੇਤਾ, ਚਾਹੇ ਕੋਈ ਲੋਕ ਸਭਾ ਦਾ। ਚਾਹੇ ਫਾਰ ਐਗਜ਼ਾਮਪਲ ਆਪਾਂ ਪੰਜਾਬ ਦੀ ਕਰ ਲਈ, ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਆਪਣੀ ਸਰਕਾਰ ਆ, ਠੀਕ ਹੈ। ਤਾਂ ਇੱਥੇ ਵੀ ਵਿਰੋਧੀ ਧਿਰ ਦੇ ਨੇਤਾ ਨੂੰ ਜਿਹੜੀਆਂ ਸਹੂਲਤਾਂ ਹੁੰਦੀਆਂ ਨੇ ਸਾਰੀਆਂ ਕਿਹੜੀਆਂ ਹੁੰਦੀਆਂ? ਕੈਬਨਿਟ ਰੈਂਕ ਦੀਆਂ ਹੁੰਦੀਆਂ ਨੇ, ਉਹੀ ਸਹੂਲਤਾਂ ਹੁੰਦੀਆਂ ਨੇ ਸਾਰੀਆਂ A to Z, ਠੀਕ ਆ। ਸਾਰਾ ਕੁਛ ਰਹਿਣ ਲਈ ਆਪਣਾ ਜੋ ਵੀ ਸਹੂਲਤਾਂ ਨੇ ਮੈਡੀਕਲ ਵਗੈਰਾ ਸਾਰਾ ਉਹ A to Z ਇਹਨਾਂ ਨੂੰ ਕੈਬਨਿਟ ਮੰਤਰੀ ਵਾਲਾ ਹੁੰਦਾ ਵਿਰੋਧੀ ਧਿਰ ਦੇ ਨੇਤਾ ਨੂੰ। ਅੱਗੇ ਕੀ ਆ, ਰਾਜ ਸਭਾ ਨੂੰ ਅਨੁਛੇਦ 249, ਦੇਖੋ ਆ ਵੀ ਤੁਹਾਡੇ ਲਈ ਥੋੜਾ ਜਿਹਾ ਧਿਆਨ ਦੇ ਲਿਓ ਵੀ 249 ਦੇ ਅਕੋਰਡਿੰਗ ਇਹਨੂੰ ਜਿਹੜਾ ਉਪਯੋਗ ਕਰਨ ਦਾ 2 ਵਾਰ ਮੌਕਾ ਮਿਲਿਆ, ਇਹ ਕਾਨੂੰਨ ਬਣਾਉਣ ਦਾ ਕਹਿਣ ਦਾ ਭਾਵ 249 ਦੇ ਅਕੋਰਡਿੰਗ ਜਿਹੜੀ ਸਾਡੀ ਰਾਜ ਸਭਾ ਜਿਹੜੀ ਉਹ ਕਾਨੂੰਨ ਬਣਾ ਸਕਦੀ ਆ ਰਾਜ ਪੱਧਰ ਤੇ, ਠੀਕ ਹੈ। ਇਹ ਕਦੋਂ ਇਹਨੇ ਯੂਜ਼ ਕੀਤਾ? 1952 ਦੇ ਵਿੱਚ ਸਖਤੀ ਦੀ ਪਾਵਰ ਕੀਤੀ ਇੱਕ ਤਾਂ ਵਰਤੋਂ, ਇੱਕ 1986 ਦੇ ਵਿੱਚ, ਠੀਕ ਹੈ। 249 ਆਰਟੀਕਲ ਦਾ ਇਹਨੇ ਯੂਜ਼ ਕਦੋਂ ਕੀਤਾ? ਇੱਕ ਤਾਂ 1952 ਦੇ ਵਿੱਚ, ਇੱਕ 1986 ਦੇ ਵਿੱਚ, ਠੀਕ ਹੈ, ਯਾਦ ਰੱਖ ਸਕਦੇ ਹੋ। ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਕੌਣ ਆ ਹੁਣ, ਠੀਕ ਹੈ। ਪਹਿਲਾ ਨੇਤਾ ਜਿਹੜਾ ਆਪਾਂ ਲਿਖਿਆ ਨਹੀਂ, ਠੀਕ ਹੈ, ਇਹ ਹੈਗਾ ਸੀ SN ਪ੍ਰਸਾਦ, ਠੀਕ ਹੈ। SN ਪ੍ਰਸਾਦ ਇਹ ਸਾਡਾ ਪਹਿਲਾ ਸੀਗਾ ਆਪਣਾ ਰਾਜ ਸਭਾ ਵਿੱਚ ਵਿਰੋਧੀ ਦਲ ਦਾ ਪਹਿਲਾ ਨੇਤਾ। ਉੱਧਰੋਂ ਤੁਸੀਂ ਆਪਣਾ ਲੋਕ ਸਭਾ ਤੇ ਪਹਿਲਾ ਨੇਤਾ ਯਾਦ ਰੱਖੋਗੇ। ਤੇ ਪ੍ਰੈਜ਼ੈਂਟਲੀ ਹੁਣ ਤੁਹਾਨੂੰ ਦੱਸ ਚੁੱਕਿਆ ਜਿਹੜਾ ਹੈਗਾ, ਠੀਕ ਹੈ। ਤੇ ਹੁਣ ਰਾਜ ਸਭਾ 'ਚ ਵਰਤਮਾਨ ਸਮੇਂ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਜਿਹੜਾ ਆਉਣ ਵਾਲਾ ਕਿਹੜਾ ਗਾ, ਉਹ ਹੁਣ ਨਵਾਂ ਇਲੈਕਟ ਹੋ ਗਿਆ, ਤੁਹਾਨੂੰ ਪਤਾ ਹੋਵੇ, ਠੀਕ ਹੈ। ਹੁਣ ਇਹਨਾਂ ਨੇ 2021 'ਚ ਬਦਲਿਆ, ਆਪਾਂ ਕਈ ਵਾਰੀ ਪੁਰਾਣਾ ਯਾਦ ਰੱਖੀ ਜਾਂਦੇ ਹਾਂ, ਠੀਕ ਹੈ। ਆਪਾਂ ਕਈ ਵਾਰੀ ਕੀ ਕਰਦੇ ਹਾਂ, ਪੁਰਾਣਾ ਯਾਦ ਰੱਖ ਲੈਂਦੇ ਹਾਂ। ਤਾਂ ਪਰ ਕੌਣ ਹੁਣ? ਮੱਲ ਅਰਜੁਨ ਖੜਗੇ। ਮੱਲ ਅਰਜੁਨ ਜਿਹੜਾ ਖੜਗੇ 12 ਫਰਵਰੀ 2021 ਨੂੰ ਜਿਹੜਾ ਅਪੁਆਇੰਟ ਕੀਤਾ ਗਿਆ। ਪਹਿਲਾਂ ਇੱਥੇ ਕੌਣ ਸੀਗਾ? ਨਵੀ ਗੁਲਾਮ ਆਜ਼ਾਦ ਸੀਗਾ, ਯਾਦ ਹੋਵੇ ਤੁਹਾਡੇ ਪੜ੍ਹਿਆ ਹੋਊਗਾ ਪਹਿਲਾਂ, ਕਈਆਂ ਦੇ ਉਹੀ ਯਾਦ ਹੋਊਗਾ ਨਵੀ ਗੁਲਾਮ ਆਜ਼ਾਦ, ਬਟ ਉਹ ਇਸ ਤੋਂ ਪਹਿਲਾਂ ਸੀਗਾ। ਹੁਣ ਇਹਨਾਂ ਨੇ ਕਿਹੜੇ ਕਰਤਾ? ਮੱਲ ਅਰਜੁਨ ਖੜਗੇ, ਠੀਕ ਹੈ। ਇਹ ਹੁਣ ਵਿਰੋਧੀ ਧਿਰ ਦਾ ਨੇਤਾ ਪ੍ਰੈਜ਼ੈਂਟਲੀ ਇਹ ਹੈਗਾ ਜਿਹੜਾ ਆਪਾਂ ਫਸਟ ਕਰ ਰਹੇ ਹਾਂ, ਠੀਕ ਹੈ। ਚੇਅਰਮੈਨ, ਡਿਪਟੀ ਚੇਅਰਮੈਨ, ਸੈਕਟਰੀ, ਇਹ ਅਲੱਗ-ਅਲੱਗ ਅਹੁਦੇ ਹੁੰਦੇ ਆ, ਜਿਵੇਂ ਆਪਾਂ ਕਰਦੇ ਹਾਂ ਜਿਹੜਾ ਲੋਕ ਸਭਾ 'ਚ ਕੀਤਾ ਸੀਗਾ ਪਿੱਛੇ ਜਾ ਕੇ, ਠੀਕ ਹੈ। ਤਾਂ ਇਹ ਆਪਾਂ ਤੁਹਾਡੇ ਯਾਦ ਰੱਖਣਾ ਬਹੁਤ ਜ਼ਰੂਰੀ ਆ। ਅੱਗੇ ਆਪਾਂ ਦੇਖਦੇ ਹਾਂ ਨੈਕਸਟ ਦੇਖਦੇ ਹਾਂ। ਤੇ ਨੈਕਸਟ ਦੇਖਦੇ ਹਾਂ ਅੱਗੇ ਦੇਖੋ ਜੀ, ਅੱਗੇ ਦੇਖੋ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਰਾਜ ਸਭਾ 'ਚ ਪਹਿਲਾ ਜਿਹੜਾ ਨੇਤਾ ਸੀਗਾ, ਇਹ ਬੇਸ਼ੱਕ ਆਪਾਂ ਕੀ ਕਰਨਾ ਇੱਥੋਂ ਕੁਐਸਚਨ ਕੀ ਬਣਦੇ ਆ, ਇੱਥੋਂ ਧਿਆਨ ਦਿਓ ਥੋੜ੍ਹਾ ਜਿਹਾ। ਇੱਥੋਂ ਕੀ ਬਣਦੇ ਆ, ਜਿਹੜਾ ਪਹਿਲਾ ਸੀਗਾ ਸਿਆਮ ਨੰਦ ਮਿਸਰਾ ਦਾ ਪੂਰਾ ਨਾਮ ਆ ਜਿਹੜਾ ਉਹ ਪਿੱਛੇ ਪੜ੍ਹ ਕੇ ਆਇਆ, ਇਹ ਪਹਿਲਾ ਸੀਗਾ। ਇੱਥੋਂ ਕਈ ਵਾਰੀ ਐਂ ਪੁੱਛ ਲੈਂਦੇ ਆ ਵੀ ਇਹਨਾਂ ਵਿੱਚੋਂ ਕਿਹੜਾ ਨਹੀਂ ਰਿਹਾ, ਚਾਹੇ ਕਿਹੜੀ ਪਾਰਟੀ ਨਾਲ ਸੰਬੰਧਿਤ ਸੀ, ਥੋੜ੍ਹਾ ਜਿਹਾ ਇਹ ਦੇਖ ਲਿਓ। ਇੱਕ ਤਾਂ ਆ ਯਾਦ ਰੱਖਣਾ ਆਪਾਂ ਵੀ ਮੈਂ ਤੁਹਾਨੂੰ ਉਹਦੀ ਦੱਸਿਆ ਸੀਗਾ ਵੀ 1969 ਤੱਕ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕੋਈ ਵਿਰੋਧੀ ਧਿਰ ਦੀ ਭੂਮਿਕਾ ਹੀ ਨਹੀਂ ਸੀ ਹੈਗੀ, ਠੀਕ ਹੈ। 1969 ਤੋਂ ਬਾਅਦ ਬਣੀ, ਇਹ ਵੀ ਕੁਐਸਚਨ ਕਈ ਵਾਰੀ ਪੁੱਟ ਕੀਤਾ ਜਾ ਸਕਦਾ ਗਾ, ਠੀਕ ਹੈ। ਤੇ ਉਸ ਤੋਂ ਬਾਅਦ ਕੀ ਇਹਨਾਂ ਦੀ ਪਾਰਟੀ ਤੁਹਾਨੂੰ ਪੁੱਛੀ ਜਾ ਸਕਦੀ, ਇਸ ਤਰ੍ਹਾਂ ਜਿਵੇਂ ਇਹਨਾਂ ਨੇ ਕਾਂਗਰਸ ਤੇ ਰਹੇ ਨੇ ਸਾਰੇ ਇਹ। ਤਾਂ ਇੱਧਰ ਦੇਖੋ ਕੀ ਆ ਵੀ ਜਿਵੇਂ MS ਗੁਰਦਾਸ, ਠੀਕ ਹੈ, ਗੁਰਪ੍ਰਦਾਸ ਸਵਾਮੀ, ਕਮਲਾਪਤੀ ਤ੍ਰਿਪਾਠੀ, ਭੋਲਾ ਪਾਸਵਾਨ, ਕਮਲਾਪਤੀ ਤ੍ਰਿਪਾਠੀ ਵੀ ਇਹ ਹੈਗੇ ਨੇ ਕਹਿੰਦਾ ਵਾ। ਤੁਸੀਂ ਕੀ ਯਾਦ ਰੱਖਣਾ? ਪਹਿਲੇ 2 ਯਾਦ ਰੱਖ ਸਕਦੇ ਹੋ, ਪਹਿਲੇ 2 ਮੇਨ ਤਾਂ ਮੈਂ ਤੁਹਾਨੂੰ ਕਹਿਣਾ ਕਿ ਪਹਿਲਾਂ ਹੀ ਯਾਦ ਰੱਖਣਾ ਆਪਾਂ, ਇੱਕ ਲਾਸਟ ਤੋਂ ਪਹਿਲਾਂ ਮੇਨ ਤਾਂ ਇਹ ਹੁੰਦਾ ਕਨਸੈਪਟ ਜਿਹੜਾ ਹੁੰਦਾ ਗਾ, ਠੀਕ ਹੈ। ਬੇਸ਼ੱਕ ਸਾਰੇ ਯਾਦ ਰੱਖਣੇ ਤਾਂ ਉਹ ਤੁਹਾਡੀ ਮਰਜ਼ੀ ਆ ਵੀ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ। ਹੁਣ ਐਗਜ਼ਾਮੀਨਰ ਤੋਂ ਬਾਅਦ ਇੱਦਾਂ ਪਾਉਣ ਲੱਗ ਗਿਆ ਵੀ ਕਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਨਹੀਂ ਰਿਹਾ, ਕਿਹੜਾ ਸਾਡਾ ਫਾਈਨਾਂਸ ਕਮਿਸ਼ਨ ਨਹੀਂ ਰਿਹਾ, ਠੀਕ ਹੈ। ਤਾਂ ਇਸ ਤਰ੍ਹਾਂ ਕੁਐਸਚਨ ਬਣ ਜਾਂਦਾ ਕਈ ਵਾਰੀ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਇਹ ਨੈਸ਼ਨਲ ਲਾਲ ਕ੍ਰਿਸ਼ਨ ਅਡਵਾਨੀ ਵੀ ਰਿਹਾ ਹੋਇਆ, ਠੀਕ ਹੈ। PV ਸ਼ਿਵ ਸ਼ੰਕਰ ਹੋ ਗਿਆ, SM ਫੇਰੇ ਦੁਆਰਾ ਬਣ ਗਿਆ, ਜੈਪਾਲ ਰੈਡੀ ਸਿਕੰਦਰ ਵਕਤ, ਸ਼ੰਕਰ ਚੌਹਾਨ ਸਿਕੰਦਰ ਵਕਤ, ਠੀਕ ਹੈ। ਤੇ ਉਸ ਤੋਂ ਬਾਅਦ ਕੀ ਆ, ਡਾਕਟਰ ਮਨਮੋਹਨ ਸਿੰਘ ਵੀ ਰਹਿ ਚੁੱਕੇ ਨੇ, ਠੀਕ ਹੈ, ਵਿਰੋਧੀ ਧਿਰ ਦੇ ਵਿੱਚ ਇੱਥੇ। ਤੇ ਉਸ ਤੋਂ ਬਾਅਦ ਜਿਹੜਾ ਆਪਣਾ
ਅਰੁਣ ਜੇਤਲੀ ਵੀ ਰਹਿ ਚੁੱਕੇ ਨੇ, ਜਸਵੰਤ ਸਿੰਘ, ਗੁਲਾਮ ਨਬੀ ਆਜ਼ਾਦ। ਇੱਥੋਂ ਦੇਖੋ ਜੀ ਹੁਣ ਤੁਹਾਨੂੰ ਕੁਐਸਚਨ ਕਿੱਥੋਂ ਬਣਦਾ, ਇੱਥੋਂ ਦੇਖੋ ਗੁਲਾਮ ਨਬੀ ਆਜ਼ਾਦ ਆ ਜਿਹੜੇ ਪਹਿਲਾਂ ਸੀਗੇ ਤੋਂ, ਠੀਕ ਹੈ। ਹੁਣ ਕੌਣ ਆ ਗਿਆ, ਮਲਕਾਰਜੁਨ ਖੜਗੇ, ਠੀਕ ਹੈ। ਆਪਣਾ ਫਰਵਰੀ, ਇੱਥੇ 16 ਫਰਵਰੀ ਲਿਖਿਆ, 16 ਫਰਵਰੀ 2021, ਬਸ 2021 ਯਾਦ ਰੱਖਣਾ। ਇਹ ਮੌਜੂਦਾ ਟਾਈਮ ਦੇ ਵਿੱਚ ਨੇ ਹੁਣ, ਠੀਕ ਹੈ, ਮੌਜੂਦਾ ਟਾਈਮ ਦੇ ਵਿੱਚ ਨੇ। ਕਿਹੜੀ ਪਾਰਟੀ ਨਾਲ ਸੰਬੰਧ ਨੇ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ, ਆਪਣਾ ਕਾਂਗਰਸ ਨਾਲ ਹੋਣਗੇ, ਠੀਕ ਹੈ, ਜਦੋਂ ਆਪਾਂ ਵਿਰੋਧੀ ਧਿਰ ਦੇ ਵਿੱਚ ਆ। ਤਾਂ ਇੱਥੇ ਕੀ ਆ, ਸਿਰਫ ਇੱਕ ਤਾਂ ਫਸਟ ਤੇ ਇੱਕ ਲਾਸਟ ਜਿਹੜਾ ਤੁਸੀਂ ਯਾਦ ਰੱਖਣਾ, ਇਹ ਹਮੇਸ਼ਾ ਜਿਹੜਾ ਤੁਹਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਆ। ਤੇ ਹਾਂ, ਉਸ ਤੋਂ ਬਾਅਦ ਜਿਹੜਾ ਆਪਣਾ ਅੱਜ ਦਾ ਟੌਪਿਕ ਆ ਕੰਪਲੀਟ ਹੁੰਦਾ ਗਾ। ਤੇ ਇਹ ਜਿਹੜੀਆਂ ਪਾਵਰਾਂ ਹੁੰਦੀਆਂ ਨੇ ਰਾਜ ਸਭਾ ਦੀਆਂ, ਜਿਹੜੀਆਂ ਅੱਜ ਆਪਾਂ ਗੱਲ ਕੀਤੀ ਆ, ਜੇਕਰ ਮੋਟੇ ਤੌਰ ਤੇ ਦੇਖੀਏ ਕਿ ਜਿਹੜੀ ਲੋਕ ਸਭਾ ਜ਼ਿਆਦਾ ਪਾਵਰਫੁੱਲ ਆ ਤੇ ਰਾਜ ਸਭਾ ਕੋਲ ਉਹ ਪਾਵਰਾਂ ਨਹੀਂ ਹੈਗੀਆਂ ਹੁੰਦੀਆਂ, ਤਾਂ ਕੁਝ ਹਾਲਤਾਂ ਦੇ ਵਿੱਚ ਬਰਾਬਰ ਪਾਵਰਾਂ ਹੁੰਦੀਆਂ ਨੇ। ਜਿਵੇਂ ਆਪਾਂ ਕਹਿ ਦਈਏ ਵੀ ਰਾਸ਼ਟਰਪਤੀ ਨੂੰ ਹਟਾਉਣਾ, ਉਪ ਰਾਸ਼ਟਰਪਤੀ ਨੂੰ ਹਟਾਉਣਾ, ਤਾਂ ਉਦੋਂ ਦੋਨਾਂ ਕੋਲੇ ਬਰਾਬਰ ਅਧਿਕਾਰ ਨੇ। ਇੱਕ ਕੀ ਹੁੰਦਾ, ਜਦੋਂ ਕੋਈ ਸੰਵਿਧਾਨ ਦੇ ਵਿੱਚ ਸੋਧ ਕਰਨੀ ਹੁੰਦੀ ਆ, ਉਦੋਂ ਵੀ ਇਹਦੇ ਕੋਲੇ ਬਰਾਬਰ ਦੀਆਂ ਪਾਵਰਾਂ ਹੁੰਦੀਆਂ ਨੇ ਰਾਜ ਸਭਾ ਕੋਲੇ, ਠੀਕ ਹੈ। ਤੇ ਮੇਨ ਜਿਹੜੇ ਤੁਹਾਡੇ ਕਨਸੈਪਟ ਆ, ਜਿਹੜੇ ਕੁਐਸਚਨ ਪੇਪਰ 'ਚ ਆਉਣ ਵਾਲੇ ਸੀ, ਆਪਾਂ ਸੋਲਵ ਆ ਜਿਹੜੇ ਤਕਰੀਬਨ ਕਰ ਚੁੱਕੇ ਹਾਂ। ਆਈ ਥਿੰਕ ਇਹ ਤੁਹਾਡੀ ਵੀਡੀਓ ਜਿਹੜੀ ਆਪਣੇ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ ਆ। ਤੇ ਜੋ ਵੀ ਸਟੂਡੈਂਟ ਆ ਜਿਹੜੇ ਮਾਸਟਰ ਕੇਡਰ, ਪੀਟੈਟ, ਸੀਟੈਟ ਜਾਂ ਪੰਜਾਬ ਪੁਲਿਸ, PSPCL ਜਿਹੜੀਆਂ ਪੋਸਟਾਂ ਨੇ ਤਿਆਰੀ ਕਰਨਾ ਚਾਹੁੰਦੇ ਆ, ਉਹ ਸਾਡੀ ਅਕੈਡਮੀ ਦੇ ਦਿੱਤੇ ਹੋਏ ਨੰਬਰਾਂ 'ਤੇ ਜਿਹੜਾ ਉਹ ਸੰਪਰਕ ਕਰ ਸਕਦੇ ਆ। ਸੋ ਥੈਂਕ ਯੂ ਵੈਰੀ ਮੱਚ।